ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 144 ਤੇ ਹੇਠੋਂ 7ਵੀਂ ਪੰਕਤੀ ਹੈ। ਮਹਿਲਾ ਪਹਿਲਾ। ਇੱਕ ਮਾਸ ਹਾਰੀ ਇੱਕ ਤ੍ਰਿਣ ਖਾਹੇ। ਇੱਕ ਜਿਹੜਾ ਹੈ ਬਹੁਵਚਨ ਹੈ, ਇਸ ਲਈ ਖਾਹੇ। ਜੇ ਇੱਕ ਵਚਨ ਹੁੰਦਾ ਫਿਰ ਪੜ੍ਹਦੇ ਖਾਹੇ। ਖਾਹੇ ਖਾਂਦਾ ਹੈ, ਇੱਕ ਵਚਨ ਹੈ। ਖਾਹੇ ਖਾਂਦੇ ਹਨ, ਬਹੁਵਚਨ ਹੈ। ਇੱਕ ਤੋਂ ਫਿਰ ਪਤਾ ਲੱਗ, ਸਾਨੂੰ ਕਰਤਾ ਤੋਂ ਪਤਾ ਲੱਗੇ। ਜੇ ਕਰਤਾ ਇੱਕ ਵਚਨ ਹੋਵੇ ਤਾਂ ਕਿਰਿਆ ਵੀ ਇੱਕ ਵਚਨ ਹੁੰਦੀ ਹੈ। ਜੇ ਕਰਤਾ ਬਹੁਵਚਨ ਹੈ ਤਾਂ ਕਿਰਿਆ ਵੀ ਬਹੁਵਚਨ ਹੁੰਦੀ ਹੈ। ਬਹੁਵਚਨ ਕਿਰਿਆ ਫਿਰ ਨੱਕ ਰਾਹੀਂ ਬੋਲੀ ਜਾਂਦੀ ਹੈ, ਇਸ ਲਈ ਇਹਨੂੰ ਪੜ੍ਹਨਾ ਖਾਹੇ। ਜਿਸ ਨੂੰ ਇਹ ਨਹੀਂ ਪਤਾ ਕਿ ਜਿਹੜਾ ਇੱਕ ਸ਼ਬਦ ਹੈ ਇਹ ਇੱਕ ਵਚਨ ਹੈ ਕਿ ਬਹੁਵਚਨ ਹੈ, ਤਾਂ ਉਸ ਨੂੰ ਖਾਹੇ ਪੜ੍ਹ ਸਕਦਾ ਹੋ, ਕਿ ਉਹਨੂੰ ਇਹ ਗਿਆਨ ਨਹੀਂ ਕਿ ਜਿਹੜਾ ਇੱਕ ਹੈ ਇਹ ਬਹੁਵਚਨ ਹੈ। ਜਦੋਂ ਕੱਕੇ ਨੂੰ ਸਿਹਾਰੀ ਲੱਗ ਜਾਂਦੀ ਇੱਕ, ਤੇ ਬਹੁਵਚਨ ਬਣਦਾ ਵੀ ਕਈ। ਇੱਕ ਮਾਸ ਹਾਰੀ ਇੱਕ ਤ੍ਰਿਣ ਖਾਹੇ। ਇੱਕ ਨਾ ਛੱਤੀ ਅੰਮ੍ਰਿਤ ਪਾਹੇ। ਇੱਕ ਮਿਟਿਆ ਮਹਿ ਮਿਟਿਆ ਖਾਹੇ। ਇੱਕ ਪੌਣ ਸ਼ੁਮਾਰੀ ਪੌਣ ਸ਼ੁਮਾਰ। ਇੱਕ ਨਿਰੰਕਾਰੀ ਨਾਮ ਆਧਾਰ। ਜੀਵੈ ਦਾਤਾ ਮਰੈ ਨਾ ਕੋਇ। ਨਾਨਕ ਮੁੱਠੇ ਜਾਹੇ ਨਾਹੀ ਮਨ ਸੋਏ। ਜੇ ਹੁੰਦਾ ਮੁੱਠਾ ਫਿਰ ਇੱਕ ਵਚਨ ਹੋ ਜਾਣਾ ਸੀ, ਫਿਰ ਪੜ੍ਹਦੇ ਨਾਨਕ ਮੁੱਠਾ ਜਾਹੇ। ਇਹ ਮੁੱਠੇ ਬਹੁਵਚਨ ਹੈ, ਇਸ ਲਈ ਜਾਹੇ। ਨਾਨਕ ਮੁੱਠੇ ਜਾਹੇ ਨਾਹੀ ਮਨ ਸੋਏ। ਗੁਰੂ ਨਾਨਕ ਦੇਵ ਜੀ ਫਰਮਾਨ ਕਰਦੇ ਨੇ, ਇੱਕ ਮਾਸਹਾਰੀ, ਕਈ ਮਾਸ ਖਾਣ ਵਾਲੇ ਹਨ। ਇੱਕ ਤ੍ਰਿਣ ਖਾਏ, ਕਈ ਘਾਹ ਖਾਣ ਵਾਲੇ ਹਨ। ਆਡੜ ਜੀਵ ਨੇ, ਕਈ ਪਸ਼ੂ ਮਾਸ ਖਾਣ ਵਾਲੇ ਨੇ, ਕਈ ਘਾਹ ਖਾਣ ਵਾਲੇ ਹਨ। ਜਿਵੇਂ ਸ਼ੇਰ ਮਾਸ ਖਾਂਦਾ, ਉਹ ਪੱਠੇ ਨਹੀਂ ਖਾਂਦਾ, ਘਾਹ ਨਹੀਂ ਖਾਂਦਾ। ਹਾਥੀ ਹੈ, ਉਹ ਮਾਸ ਨਹੀਂ ਖਾਂਦਾ, ਉਹ ਪੱਠੇ ਖਾਂਦਾ ਹੈ। ਜਿਵੇਂ ਜਿਵੇਂ ਪਰਮਾਤਮਾ ਨੇ ਕਿਸੇ ਜੀਵ ਦਾ ਸੁਭਾਅ ਬਣਾਤਾ, ਉਹ ਉਵੇਂ ਕਰਦਾ। ਇਹ ਤਾਂ ਇੱਕ ਬੰਦਾ ਹੈ ਜਿਹੜਾ ਸ਼ਾਕਾਹਾਰੀ ਵੀ ਹੈ ਅਤੇ ਮਾਸਾਹਾਰੀ ਵੀ ਹੈ। ਇਹ ਸ਼ਾਕਾਹਾਰੀ ਵੀ, ਇਹ ਮਾਸਾਹਾਰੀ ਵੀ ਹੈ। ਕਈ ਮਾਸ ਖਾਂਦੇ ਨੇ, ਕਈ ਨਹੀਂ ਖਾਂਦੇ। ਇੱਕ ਨਾ ਛੱਤੀ ਅੰਮ੍ਰਿਤ ਪਾਹੇ। ਅੰਮ੍ਰਿਤ ਹੁੰਦਾ ਸਵਾਦਲੇ ਭੋਜਨ। ਕਈਆਂ ਕੋਲ 36 ਪ੍ਰਕਾਰ ਦੇ ਸਵਾਦਲੇ ਭੋਜਨ ਹਨ। ਇੱਕ ਮਿਟਿਆ ਮਹਿ ਮਿਟਿਆ ਖਾਹੇ। ਕਈ ਮਿੱਟੀ 'ਚ ਰਹਿੰਦੇ ਨੇ ਅਤੇ ਮਿੱਟੀ ਹੀ ਖਾਂਦੇ ਹਨ। ਉਹਨਾਂ ਦਾ ਭੋਜਨ ਹੀ ਮਿੱਟੀ ਹੈ। ਆਪਾਂ ਨੂੰ ਅਜੀਬ ਲੱਗਦਾ ਵੀ ਇਹ ਮਿੱਟੀ ਖਾ ਕੇ ਰਹੇ। ਪਰਮਾਤਮਾ ਉਹਨਾਂ ਦਾ ਭੋਜਨ ਹੀ ਮਿੱਟੀ ਬਣਾਇਆ ਹੋਇਆ ਹੈ, ਇਸ ਲਈ ਮਿੱਟੀ ਖਾਂਦੇ। ਇੱਕ ਪੌਣ ਸ਼ੁਮਾਰੀ ਪੌਣ ਸ਼ੁਮਾਰ। ਸ਼ੁਮਾਰੀ ਹੁੰਦਾ ਗਿਣਨ ਵਾਲਾ। ਪੌਣ ਹੁੰਦੀ ਹਵਾ, ਇੱਥੇ ਸਵਾਸ। ਕਈ ਸਵਾਸ ਗਿਣਦੇ ਨੇ, ਜਿਵੇਂ ਆ ਪ੍ਰਾਣਾਯਾਮ ਕਰਦੇ ਨੇ। ਪ੍ਰਾਣਾਯਾਮ ਕਦੇ ਵੀ ਲੰਬਾ ਸਾਹ ਲਓ ਜੀ, ਉਹ ਕਹਿੰਦੇ ਨੇ 8 ਵਾਰੀ ਗਿਣੋ। 1 2 3 4 5 6 7 8, ਇੰਨਾ ਸਮਾਂ ਸਾਹ ਅੰਦਰ ਨੂੰ ਖਿੱਚੋ। ਫਿਰ ਉਹ ਕਹਿੰਦੇ ਨੇ 12 ਨਾ 16 ਵਾਰ ਇਸ ਨੂੰ ਰੋਕ ਕੇ ਰੱਖੋ। ਸਾਹ ਭਰ ਲੈਣਾ, ਫਿਰ ਰੋਕ ਲੈਣਾ। ਫਿਰ ਮਨ 'ਚ ਹੀ ਪੜੇ 1 2 3 4, ਮੂੰਹ ਨਹੀਂ ਖੋਲ੍ਹਣਾ, ਨਹੀਂ ਤਾਂ ਫਿਰ ਹਵਾ ਬਾਹਰ ਨਿਕਲ ਜਾਏਗੀ ਮਨ 'ਚ। 16 ਗਿਣਤੀ ਕਰਕੇ ਫਿਰ ਉਹ ਕਹਿੰਦਾ 12 ਵਾਰੀ ਇਸ ਨੂੰ 12 ਗਿਣ ਕੇ ਸਵਾਸ ਨੂੰ ਬਾਹਰ ਛੱਡੋ। ਇਹ ਪ੍ਰਾਣਾਯਾਮ ਦੇ ਨਿਯਮ ਨੇ, ਤਾਂ ਜੋ ਉਹਦੇ ਨਾਲ ਕੀ ਹੁੰਦਾ ਵੀ ਆਕਸੀਜਨ ਵੱਧ ਤੋਂ ਵੱਧ ਫੇਫੜਿਆਂ ਨੂੰ ਮਿਲਦੀ ਹੈ। ਦੇਖੋ ਆਕਸੀਜਨ ਅੰਦਰ ਜਾਂਦੀ ਹੈ,
ਉਹ ਆਕਸੀਜਨ ਹੀ ਫਿਰ ਸਮਾਂ ਪਾ ਕੇ ਅੰਦਰ ਹੀ ਕਾਰਬਨ ਡਾਈਆਕਸਾਈਡ ਬਦਲ ਜਾਂਦੀ। ਜੇ ਤਾਂ ਅਸੀਂ ਜ਼ੋਰ ਦੀ ਸਾਹ ਲਵਾਂਗੇ ਤਾਂ ਪੂਰੀ ਆਕਸੀਜਨ ਸਾਡੇ ਅੰਦਰ ਗਈ, ਫਿਰ ਉਸ ਨੂੰ ਅਸੀਂ ਰੋਕ ਕੇ ਰੱਖਾਂਗੇ। ਉਹ ਕੀ ਕਹਿੰਦੇ, ਫੇਫੜਿਆਂ ਦੇ ਵਿੱਚ ਜਿਹੜੀ ਕਾਰਬਨ ਡਾਈਆਕਸਾਈਡ ਜੰਮ ਜਾਂਦੀ ਨਾ, ਉਹ ਰੋਕ ਕੇ ਰੱਖਣੋਂ ਮਾਰਦੀ ਧੱਕਾ ਉਸ ਨੂੰ, ਉਹ ਕਾਰਬਨ ਡਾਈਆਕਸਾਈਡ ਵਿੱਚੋਂ ਕੱਢਦੀ ਹੈ ਫੇਫੜਿਆਂ 'ਚੋਂ। ਫਿਰ ਜੇ ਅਸੀਂ ਸਾਹ ਛੱਡਦੇ ਹਾਂ ਹੌਲੀ, ਉਹ ਕਾਰਬਨ ਡਾਈਆਕਸਾਈਡ ਸਾਰੀ ਬਾਹਰ ਆ ਜਾਂਦੀ ਹੈ। ਫਿਰ ਅਸੀਂ ਜ਼ੋਰ ਨਾਲ ਸਾਹ ਲੈਂਦੇ ਹਾਂ, ਫਿਰ ਰੋਕਦੇ ਹਾਂ, ਫਿਰ ਕੱਢਦੇ ਹਾਂ। ਇਸ ਤਰ੍ਹਾਂ ਕੁਝ ਮਹੀਨਿਆਂ ਦੇ ਸਾਡੇ ਫੇਫੜੇ ਸਾਫ਼ ਹੋ ਜਾਂਦੇ, ਸਾਡਾ ਸਾਹ ਆਪਣੇ ਆਪ ਠੀਕ ਹੋ ਜਾਂਦਾ। ਮੰਨ ਲਓ ਤੁਹਾਡੀ ਆਕਸੀਜਨ ਘੱਟ ਹੈ, ਤੁਸੀਂ ਖੁੱਲ੍ਹੀ ਹਵਾ 'ਚ 5 ਮਿੰਟ ਲਈ ਬਹਿ ਜਾਓ, ਬਹਿ ਕੇ ਇਸੇ ਤਰ੍ਹਾਂ ਲੰਮੇ ਸਾਹ ਲਓ ਅਤੇ ਛੱਡੋ। ਫਿਰ ਤੁਹਾਡੇ ਆਕਸੀਮੀਟਰ ਜਿਹੜਾ ਜਿਹਦੇ ਨਾਲ ਆਕਸੀਜਨ ਮਿਲਦੇ, ਫਿਰ ਤੁਸੀਂ ਦੇਖੋ, ਮੰਨ ਲਓ ਤੁਹਾਡੀ 90 ਸੀ ਨਾ, ਇਹ 10 ਮਿੰਟ ਨੇ ਪ੍ਰਾਣਾਯਾਮ ਕਰਨਾ, ਫਿਰ ਆਕਸੀਜਨ 95-96 ਹੋ ਜਾਏਗੀ, ਆਕਸੀਜਨ ਵੱਧ ਜਾਏਗੀ। ਅੱਜ ਕਰੋਨਾ 'ਚ ਆਕਸੀਜਨ ਹੀ ਘਟਦੀ ਹੈ, ਕਿਉਂ? ਇਹ ਬਿਮਾਰੀ ਫੇਫੜਿਆਂ ਨੂੰ ਫੜਦੀ ਹੈ, ਉਹ ਫੇਫੜਿਆਂ ਨੂੰ ਵਿਚਾਰਿਆਂ ਨੂੰ ਆਕਸੀਜਨ ਪਹੁੰਚਦੀ ਨਹੀਂ, ਉਹ ਸਾਹ ਔਖਾ ਹੋ ਜਾਂਦਾ। ਫਿਰ ਉਹਨੂੰ ਬਨੌਟੀ ਉਸ ਤਰ੍ਹਾਂ ਸਾਹ ਦਿੰਦੇ ਨੇ, ਆਕਸੀਜਨ ਬਾਹਰ ਆਉਂਦੇ ਨੇ, ਤਾਂ ਜਦੋਂ ਸਾਹ ਥੋੜ੍ਹਾ ਚੱਲਦਾ ਰਹੇ। ਸੋ ਕਈ ਨੇ ਪ੍ਰਾਣਾਯਾਮ ਕਰਦੇ ਰਹਿੰਦੇ ਨੇ, ਉਹ ਸਵਾਸਾਂ ਨੂੰ ਗਿਣਦੇ ਰਹਿੰਦੇ ਨੇ। ਇੱਕ ਪੌਣ ਸ਼ੁਮਾਰੀ, ਸ਼ੁਮਾਰ ਫਾਰਸੀ ਦਾ ਸ਼ਬਦ ਹੈ ਗਿਣਨਾ, ਸ਼ੁਮਾਰੀ ਗਿਣਨ ਵਾਲੇ। ਕਈ ਸਵਾਸਾਂ ਨੂੰ ਗਿਣਨ ਵਾਲੇ ਹਨ, ਪੌਣ ਸ਼ੁਮਾਰ ਉਹ ਸਵਾਸਾਂ ਨੂੰ ਗਿਣਦੇ ਰਹਿੰਦੇ ਹਨ। ਇੱਕ ਨਿਰੰਕਾਰੀ ਨਾਮ ਆਧਾਰ, ਕਈ ਪਰਮਾਤਮਾ ਨੂੰ ਮੰਨਣ ਵਾਲੇ ਨੇ, ਨਿਰੰਕਾਰੀ ਜਿਹੜੇ ਨਿਰੰਕਾਰ ਨੂੰ ਮੰਨਣ, ਉਹਨਾਂ ਦੇ ਨਾਮ ਆਧਾਰ, ਉਹਨਾਂ ਦੇ ਜੀਵਨ ਦਾ ਆਧਾਰ ਪਰਮਾਤਮਾ ਦਾ ਨਾਮ ਹੁੰਦਾ ਹੈ। ਜੀਵੈ ਦਾਤਾ ਮਰੈ ਨਾ ਕੋਈ, ਉਹਨਾਂ ਨੂੰ ਵਿਸ਼ਵਾਸ ਹੁੰਦਾ ਜਿਹਨਾਂ ਨਾਮ ਦਾ ਆਧਾਰ ਹੈ, ਜਿਹਨਾਂ ਨੂੰ ਕਿ ਪਰਮਾਤਮਾ ਹੈਗਾ ਦਾਤਾ, ਹੁਣ ਦੇ ਸਦਾ ਜਿਉਂਦੇ ਰਹਿਣਾ, ਮਰੇ ਨਾ ਕੋਈ। ਇਸ ਲਈ ਕਿਉਂਕਿ ਉਹ ਦਾਤਾ ਹੈ, ਕਿਸੇ ਨੇ ਭੁੱਖਿਆ ਨਹੀਂ ਮਰਨਾ। ਨਾਮ ਜਪਣ ਵਾਲਾ ਭੁੱਖਾ ਮਰਦੇ ਨਹੀਂ, ਬਾਕੀ ਮਰ ਜਾਂਦੇ ਨੇ ਕਈ, ਬਹੁਤ ਸਾਰੇ ਨੇ। ਸਰਵੇ ਪਿੱਛੇ ਛਪਿਆ ਸੀ ਕਿ ਇਕੱਲੇ ਹਿੰਦੁਸਤਾਨ ਦੇ ਵਿੱਚ ਹੀ 18 ਕਰੋੜ ਲੋਕ ਐਸੇ ਹਨ ਜਿਨ੍ਹਾਂ ਨੂੰ 2 ਟਾਈਮ ਖਾਣ ਨੂੰ ਰੋਟੀ ਨਹੀਂ ਮਿਲਦੀ। ਸਾਰੇ ਸੰਸਾਰ 'ਚ 68 ਕਰੋੜ ਲੋਕ ਐਸੇ ਹਨ ਜਿਨ੍ਹਾਂ ਨੂੰ 2 ਟਾਈਮ ਦੀ ਰੋਟੀ ਨਹੀਂ ਮਿਲਦੀ। ਪਰ ਐਸਾ ਕੋਈ ਨਹੀਂ ਮੈਨੂੰ ਅਜੇ 78 ਸਾਲਾਂ ਦੀ ਉਮਰ 'ਚ ਮਿਲਿਆ ਕਿ ਜਿਹੜਾ ਨਾਮ ਜਪਦਾ ਹੋਵੇ ਅਤੇ ਖਾਣ ਨੂੰ ਰੋਟੀ ਨਾ ਮਿਲੇ। ਇਸ ਲਈ ਕਿ ਉਹਨਾਂ ਨੂੰ ਵਿਸ਼ਵਾਸ ਹੁੰਦਾ ਹੈ ਕਿ ਜਿਸ ਪਰਮਾਤਮਾ ਨੂੰ ਅਸੀਂ ਮੰਨ ਰਹੇ ਹਾਂ, ਨਿਰੰਕਾਰੀ ਨਾਮ ਆਧਾਰ, ਨਿਰੰਕਾਰ ਨੂੰ ਮੰਨਣ ਵਾਲੇ ਨੂੰ ਨਾਮ ਦਾ ਆਧਾਰ ਹੁੰਦਾ, ਨਾਮ ਦਾ ਆਸਰਾ ਹੁੰਦਾ। ਉਹਨਾਂ ਵਿਸ਼ਵਾਸ ਹੁੰਦਾ ਜੀਵ ਹੈ ਦਾਤਾ, ਸਾਡਾ ਦਾਤਾ ਜਿਉਂਦਾ ਹੈ, ਮਰੇ ਨਾ ਕੋਈ। ਇਸ ਲਈ ਕੋਈ ਭੁੱਖਾ ਨਹੀਂ ਮਰੇਗਾ, ਪਰਮਾਤਮਾ ਸਭ ਨੂੰ ਦੇਵੇਗਾ ਰਿਜ਼ਕ। ਨਾਨਕ ਮੁੱਠੇ ਜਾਹੇ ਨਾਹੀ ਮਨ ਸੋਏ, ਜਿਨ੍ਹਾਂ ਦੇ ਮਨ 'ਚ ਸੋਏ ਪਾਵੋ ਪਰਮਾਤਮਾ, ਜਿਨ੍ਹਾਂ ਦੇ ਮਨ 'ਚ ਪਰਮਾਤਮਾ ਨਹੀਂ ਵਸਦਾ, ਉਹ ਤਾਂ ਮਾਇਆ ਦੇ ਠੱਗੇ ਹੋਏ ਸੰਸਾਰ ਤੋਂ ਚਲੇ ਜਾਂਦੇ। ਸਮਝੋ ਉਹਨਾਂ ਨੂੰ ਮਾਇਆ ਨੇ ਠੱਗ ਲਿਆ ਹੈ, ਕਿ ਨਾਮ ਜਪਿਆ ਨਹੀਂ, ਫਿਰ ਮਾਇਆ ਦਾ ਪ੍ਰਭਾਵ ਹੋ ਗਿਆ ਹੈ। ਪੌੜੀ ਪੂਰੇ ਗੁਰ ਕੀ ਕਾਰ ਕਰਮ ਕਮਾਈਐ, ਗੁਰਮਤੀ ਆਪ ਗਵਾਏ ਨਾਮ ਧਿਆਈਐ, ਦੂਜੀ ਕਾਰੈ ਲਗ ਜਨਮ ਗਵਾਈਐ, ਵਿਨ ਨਾਮੈ ਸਭ ਵਿਸ਼। ਸੰਸਕ੍ਰਿਤ ਦਾ ਸ਼ਬਦ ਹੈ ਵਿਸ਼, ਸੱਸੇ ਦੇ ਪੈਰ 'ਚ ਬਿੰਦੀ। ਸੰਸਕ੍ਰਿਤ ਉਂਝ ਵਿਸ਼ ਦਾ ਅਰਥ ਹੈ ਜ਼ਹਿਰ। ਪਾਕਿਸਤਾਨ ਨੂੰ ਕਹਿੰਦੇ ਸੀ ਮੋਹਰਾ। ਮੋਹਰਾ ਜਿਹੜਾ ਹੈ ਇਹ ਪੁਲਿੰਗ ਸ਼ਬਦ ਹੈ, ਜ਼ਹਿਰ ਇਸਤਰੀ ਲਿੰਗ ਹੈ। ਉਹਨੇ ਜੀ ਜ਼ਹਿਰ ਖਾ ਲਈ ਹੈ, ਉਹਨੇ ਮੋਹਰਾ ਖਾ ਲਿਆ ਹੈ। ਇਹ ਨਹੀਂ ਕਹਿੰਦੇ ਮੋਹਰਾ ਖਾ ਲਈ ਹੈ ਅਤੇ ਜ਼ਹਿਰ ਖਾ ਲਿਆ ਨਹੀਂ ਕਹਿੰਦੇ। ਜ਼ਹਿਰ ਇਸਤਰੀ ਲਿੰਗ ਹੈ, ਮੋਹਰਾ ਪੁਲਿੰਗ ਹੈ। ਇਹ ਜਿਹੜਾ ਵਿਸ਼ ਸ਼ਬਦ ਹੈ ਇਹ ਸੰਸਕ੍ਰਿਤ ਦੇ ਵਿੱਚ ਪੁਲਿੰਗ ਹੈ। ਇਸ ਲਈ ਗੁਰੂ ਮਹਾਰਾਜ ਨੇ ਸੱਸੇ ਨੂੰ ਔਂਕੜ ਲਾਇਆ। ਇਸ ਲਈ ਸੱਸੇ ਨੂੰ ਔਂਕੜ ਲਾਇਆ ਕਿ ਜੋ ਵਿਸ਼ ਹੈ, ਜ਼ਹਿਰ ਹੈ, ਇਹ ਪੁਲਿੰਗ ਹੈ ਅਤੇ ਇੱਕ ਵਚਨ ਹੈ।
ਵਿਨ ਨਾਮੈ ਸਭ ਵਿਸ਼ ਪੈਜੈ ਖਾਈਏ। ਸੱਚਾ ਸ਼ਬਦ ਸਲਾਹ ਸੱਚ ਸਮਾਈਏ। ਵਿਨ ਸਤਿਗੁਰ ਸੇਵੇ ਨਾਹੀ ਸੁਖ ਨਿਵਾਸ। ਫਿਰ ਆਈਏ ਦੁਨੀਆ ਖੋਟੀ ਰਾਸ। ਕੂੜ ਕਮਾਈਏ ਨਾਨਕ ਸੱਚ ਖਰਾ ਸਾਲਾ ਪਤ ਸਿਉ ਜਾਈਏ। ਘੋੜੇ ਪੂਰੇ ਗੁਰ ਕੀ ਕਾਰ ਕਰਮ ਕਮਾਈਏ। ਪੂਰੇ ਗੁਰ ਦਾ ਦਿੱਤਾ ਹੋਇਆ ਕੰਮ ਭਾਗਾਂ ਨਾਲ ਹੀ ਹੁੰਦਾ। ਕਰਮ ਭਾਗ ਨੂੰ ਕਹਿੰਦੇ। ਭਾਗਾਂ ਨਾਲ ਹੀ ਉਹ ਕੰਮ ਕੀਤਾ ਜਾ ਸਕਦਾ ਜਿਹੜਾ ਗੁਰੂ ਨੇ ਦਿੱਤਾ। ਜੇ ਭਾਗ ਹੀ ਨਹੀਂ, ਬੰਦਾ ਕੰਮ ਹੀ ਨਹੀਂ ਕਰਦਾ ਹੈ। ਮਨੁੱਖ ਗੁਰੂ ਦੇ ਦੱਸਿਆ ਹੈ ਕੰਮ ਹੀ ਨਹੀਂ ਕਰਦਾ। ਜੇ ਉਹਦੇ ਭਾਗਾਂ 'ਚ ਹੈ, ਕਿਸਮਤ ਉਹਦੀ ਚੰਗੀ ਹੈ, ਤਾਂ ਉਹ ਉਹੋ ਜਿਹਾ ਕਰਮ ਕਰਦਾ। ਪੂਰੇ ਗੁਰ ਕੀ ਕਾਰ ਹੁੰਦਾ ਉਹ ਕੰਮ ਜਿਸਦੇ ਬਦਲੇ ਧਨ ਦੌਲਤ ਨਾ ਮਿਲੇ। ਜਿਹੜਾ ਕੰਮ ਆਪਾਂ ਮੁਫਤ 'ਚ ਕਰੀਏ, ਸੇਵਾ ਦੇ ਤੌਰ 'ਤੇ ਕਰੀਏ। ਹਾਲਾਂਕਿ ਕਾਰ ਸੇਵਾ ਤਾਂ ਹੀ ਸ਼ਬਦ ਨਾਲ ਲਿਖਦੇ ਨੇ। ਉਹ ਕੰਮ ਜੋ ਸੇਵਾ ਦੇ ਤੌਰ 'ਤੇ ਕੀਤਾ ਜਾਂਦਾ, ਜਿਹਦੇ ਬਦਲੇ ਕੋਈ ਪੈਸਾ ਨਹੀਂ ਲਿਆ ਜਾਂਦਾ, ਉਹ ਕਾਰ। ਸੋ ਪੂਰੇ ਗੁਰੂ ਦੀ ਕਾਰ ਤਾਂ ਭਾਗਾਂ ਨਾਲ ਹੀ ਕਮਾਈ ਜਾ ਸਕਦੀ ਹੈ। ਗੁਰਮਤੀ ਆਪ ਗਵਾਏ ਨਾਮ ਧਿਆਈਏ। ਫਿਰ ਜਿਹਦੇ ਚੰਗੇ ਭਾਗ ਹੁੰਦੇ ਨੇ ਕਿ ਗੁਰੂ ਦੀ ਮੱਤ ਰਾਹੀਂ ਆਪ ਗਵਾਏ। ਆਪ ਹੁੰਦੀ ਹਉਮੈ, ਉਹ ਆਪਣੇ ਅੰਦਰੋਂ ਹਉਮੈ ਖਤਮ ਕਰ ਲੈਂਦਾ। ਨਾਮ ਧਿਆਈਏ ਅਤੇ ਨਾਮ ਜਪਦਾ ਹੈ। ਕਿਉਂਕਿ ਜਿਹੜਾ ਗੁਰੂ ਦੀ ਮੱਤ 'ਤੇ ਚੱਲੇਗਾ ਉਹ ਨਾਮ ਜਪੇਗਾ। ਅਤੇ ਗੁਰੂ ਮੱਤ ਜਿਹੜੀ ਹੈ ਬਾਣੀ 'ਚ ਵਾਰੀ ਕਹਿੰਦੇ ਕਿ ਭਾਈ ਇਹ ਜੋ ਕੁਛ ਤੇਰੇ ਕੋਲ ਹੈ ਇਹ ਤਾਂ ਪਰਮਾਤਮਾ ਨੇ ਦਿੱਤਾ ਹੈ, ਇਸ ਲਈ ਤੂੰ ਕਿਸੇ ਚੀਜ਼ ਦਾ ਹੰਕਾਰ ਨਹੀਂ ਕਰਨਾ। ਹੰਕਾਰ ਬੰਦਾ ਤਾਂ ਕਰ ਸਕਦਾ ਜੇ ਚੀਜ਼ ਉਹਦੀ ਹੋਵੇ। ਦੇਖਣ ਨੂੰ ਜੋ ਕੁਛ ਸਾਡੇ ਕੋਲ ਹੈ ਸਾਡਾ ਹੀ ਹੈ। ਜੇ ਤੁਹਾਡੇ ਕੋਲ ਕਾਰ ਹੈ, ਕੁਛ ਤੁਸੀਂ ਨਗਦ ਪੈਸੇ ਦਿੱਤੇ, ਕੁਝ ਲੋਨ ਲੈ ਲਿਆ ਜਾਂ ਕਿਸ਼ਤਾਂ 'ਤੇ ਲੈ ਲਈ, ਦੇਖਣ ਦੇ ਤੁਸੀਂ ਕਾਰ ਲਈ ਹੈ। ਧਰਮ ਕਹਿੰਦੇ ਨਹੀਂ, ਪਰਮਾਤਮਾ ਨੇ ਤੁਹਾਨੂੰ ਦਿੱਤੀ ਹੈ। ਜੇ ਪਰਮਾਤਮਾ ਤੁਹਾਨੂੰ ਪੈਸੇ ਹੀ ਨਾ ਦਿੰਦਾ ਫਿਰ ਤੁਸੀਂ ਕਾਰ ਕਿੱਥੋਂ ਲੈ ਲੈਂਦੇ? ਪਰਮਾਤਮਾ ਨੇ ਕਿਉਂਕਿ ਤੁਹਾਨੂੰ ਕਾਰ ਦਿਲਾਉਣੀ ਸੀ, ਇਸ ਲਈ ਬਿਧ ਬਣਾਈ, ਤੁਹਾਨੂੰ ਕੋਈ ਰੁਜ਼ਗਾਰ ਦਿੱਤਾ, ਕੋਈ ਤੁਸੀਂ ਦੁਕਾਨਦਾਰੀ ਖੋਲ੍ਹੀ, ਕੋਰ ਕੀਤਾ, ਫਿਰ ਤੁਹਾਡੇ ਕੋਲ ਪੈਸਾ ਕੁਛ ਹੋ ਗਿਆ। ਫਿਰ ਉਹਨੇ ਤੁਹਾਨੂੰ ਅੰਦਰੋਂ ਪ੍ਰੇਰਨਾ ਦਿੱਤੀ ਵੀ ਕਿਸ਼ਤਾਂ 'ਤੇ ਲੈ ਲਓ, ਹੌਲੀ ਕਿਸ਼ਤਾਂ ਲਾ ਲਓ। ਸੋ ਜਿਹਦੇ ਅੰਦਰ ਧਰਮ ਵਸ ਗਿਆ ਨਾ, ਵਾਕਈ ਧਰਮ ਦੀ ਸਿੱਖਿਆ ਜਿਹਦੇ ਅੰਦਰ ਵਸ ਗਈ, ਉਹ ਹੰਕਾਰ ਨਹੀਂ ਕਰਦਾ, ਉਹ ਤਾਂ ਸਗੋਂ ਸ਼ੁਕਰਾਨਾ ਕਰਦਾ। ਸੱਚੇ ਪਾਤਸ਼ਾਹ ਤੇਰੀ ਕਿਰਪਾ। ਦੇਖੋ ਕਰੋੜਾਂ ਲੋਕ ਨੇ ਜਿਨ੍ਹਾਂ ਕੋਲ ਵਿਚਾਰਿਆ ਕੋਲ ਸਾਈਕਲ ਵੀ ਨਹੀਂ, ਅਤੇ ਤੂੰ ਮੈਨੂੰ ਕਾਰ ਦਿੱਤੀ ਹੈ, ਤੇਰਾ ਬਹੁਤ ਬਹੁਤ ਧੰਨਵਾਦ ਹੈ। ਕਰੋੜਾਂ ਲੋਕ ਨੇ ਹਿੰਦੁਸਤਾਨ ਜਿਨ੍ਹਾਂ ਕੋਲ ਸਾਈਕਲ ਵੀ ਨਹੀਂ ਹੈ ਸਾਈਕਲ। ਕਰੋੜਾਂ ਲੋਕ ਨੇ ਜਿਨ੍ਹਾਂ ਕੋਲ ਘਰ ਹੀ ਨਹੀਂ ਰਹਿਣ ਨੂੰ, ਨਾ ਕੱਚਾ ਨਾ ਪੱਕਾ। ਕਰੋੜਾਂ ਲੋਕ ਨੇ ਜਿਹਨਾਂ ਕੋਲ ਰਹਿਣ ਨੂੰ ਝੌਂਪੜੀ ਨਹੀਂ ਹੈਗੀ। ਦੇਖੋ ਹੈਰਾਨੀ ਦੀ ਗੱਲ, ਝੌਂਪੜੀ ਨਹੀਂ ਰਹਿਣ ਨੂੰ। ਕੋਈ ਜਿਹੜੇ ਸੜਕ ਦੇ ਕਿਨਾਰੇ ਪਿਆ ਹੈ, ਕੋਈ ਰੇਲਵੇ ਪਲੈਟਫਾਰਮ 'ਤੇ ਪਿਆ ਹੋਇਆ ਹੈ, ਕੋਈ ਬੱਸ ਸਟੈਂਡ ਦੇ ਸ਼ੈੱਡ ਹੇਠਾਂ ਪਿਆ ਹੋਇਆ, ਉਹ ਝੌਂਪੜੀ ਕੋਈ ਨਹੀਂ ਰਹਿਣ ਨੂੰ। ਉਹਨੂੰ ਕੋਲ ਰਹਿਣ ਨੂੰ ਝੌਂਪੜੀ ਨਹੀਂ ਹੈ। ਤੁਹਾਡੇ ਕੋਲ ਕੋਠੀਆਂ ਨੇ, ਫਿਰ ਹੀ ਬੰਦਾ ਨਖਰੇ ਕਰਦਾ, ਹਾਏ ਓਏ ਜੇ ਮੇਰੀ ਇਹੋ ਜਿਹੀ ਕੋਠੀ ਹੁੰਦੀ। ਕਿਉਂ? ਇਹਦੀ ਤਸੱਲੀ ਨਹੀਂ ਹੁੰਦੀ ਆਪਣੀ ਚੀਜ਼ ਨਾਲ। ਮੈਂ ਇਹ ਨਹੀਂ ਕਹਿੰਦਾ ਕਿ ਵਧੀਆ ਨਹੀਂ, ਜੇ ਤੁਹਾਨੂੰ ਕਿਸੇ ਦੀ ਵਧੀਆ ਲੱਗਦੀ ਹੈ, ਤੁਹਾਡੇ ਕੋਲ ਪੈਸਾ, ਤੁਸੀਂ ਵੀ ਵਧੀਆ ਪਾ ਸਕਦੇ ਹੋ, ਪਰ ਜਿਹੜਾ ਹੈ ਉਹ ਪਰਮਾਤਮਾ ਦੀ ਕਿਰਪਾ ਸਮਝਣੀ ਹੈ। ਜੋ ਵੀ ਸਾਡੇ ਕੋਲ ਹੈ, ਪਾਉਣ ਨੂੰ ਚੰਗੇ ਕੱਪੜੇ ਨੇ, ਉਹਨਾਂ ਲੋਕਾਂ ਵੱਲ ਵੇਖੋ ਜਿਹੜੇ ਵਿਚਾਰੇ ਫਟੇ ਪੁਰਾਣੇ ਔਰ ਤੁਹਾਡੇ ਤੋਂ ਮੰਗ ਕੇ ਪਾਏ ਹੁੰਦੇ ਨੇ। ਨਵੇਂ ਲੈਣ ਲਈ ਉਹਨਾਂ ਕੋਲ ਪੈਸੇ ਨਹੀਂ ਹੁੰਦੇ, ਉਹ ਅਮੀਰਾਂ ਤੋਂ ਮੰਗ ਕੇ ਉਹ ਕੱਪੜੇ ਪਾਉਂਦੇ ਹਨ। ਇਸ ਲਈ ਪਰਮਾਤਮਾ ਦਾ ਸ਼ੁਕਰ ਕਰਨਾ ਚਾਹੀਦਾ, ਦਾਤਾ ਤੇਰਾ ਬਹੁਤ ਦਿੱਤਾ ਹੋਇਆ ਹੈ। ਪਰ ਸਾਨੂੰ ਜਿਹੜਾ ਹੈ ਕੁਛ ਐਸੀ ਆਦਤ ਪਈ ਹੈ, ਅਸੀਂ ਬਸ ਗਿਲਾ ਹੀ ਕਰਦੇ ਰਹਿੰਦੇ। ਅਸੀਂ ਪਰਮਾਤਮਾ ਦੇ ਗਿਲਾ ਹੀ ਕਰਦੇ ਹਾਂ, ਤੂੰ ਮੈਨੂੰ ਆਹ ਨਹੀਂ ਦਿੱਤਾ, ਤੂੰ ਮੈਨੂੰ ਉਹ ਨਹੀਂ ਦਿੱਤਾ। ਇਸ ਗੱਲੋਂ ਨਾਸਤਕ ਲੋਕ ਚੰਗੇ ਨੇ,
ਉਹ ਕਹਿੰਦੇ ਪਰਮਾਤਮਾ ਹੈ ਹੀ ਨਹੀਂ, ਇਸ ਲਈ ਉਹਨਾਂ ਲੋੜ ਹੀ ਨਹੀਂ ਕਿਸੇ ਤੋਂ ਮੰਗਣ ਦੀ। ਹਾਂ, ਅਸੀਂ ਗੁਰਦੁਆਰੇ ਮੰਦਿਰਾਂ ਨੱਕ ਜਾ ਕੇ ਰਗੜਦੇ ਰਹਿੰਦੇ ਹਾਂ, ਉਹ ਜਾਂਦੇ ਹੀ ਨਹੀਂ ਨਾ ਰੱਬ ਨੂੰ ਮੰਨਣ। ਪੁੱਤ ਉਹਨਾਂ ਕੋਲ ਵੀ ਹੈਗੇ, ਘਰ ਉਹਨਾਂ ਕੋਲ ਵੀ ਹੈਗੀਆਂ, ਕਾਰਾਂ ਉਹਨਾਂ ਕੋਲ ਵੀ ਹੈਗੀਆਂ, ਜਾਇਦਾਦਾਂ ਉਹਨਾਂ ਕੋਲ ਵੀ ਹੈਗੀਆਂ, ਫਿਰ ਨੱਕ ਜੇ ਰਗੜੀ ਜਾਣ ਦਾ ਕੀ ਫਾਇਦਾ? ਉਹ ਕਹਿੰਦੇ ਜੇ ਤਾਂ ਤੁਸੀਂ ਸਾਡੇ ਤੋਂ ਵਧੀਆ ਹੋ ਫਿਰ ਤਾਂ ਗੱਲ ਕਰੋ ਜੀ, ਤੁਸੀਂ ਸਗੋਂ ਸਾਡੇ ਤੋਂ ਵੱਧ ਭੁੱਖੇ ਨੰਗੇ ਹੋ। ਅਸੀਂ ਨਾਸਤਿਕ ਦੇਸ਼ਾਂ 'ਚ ਹੀ ਜਾ ਰਹੇ ਹਾਂ, ਰੋਜ਼ ਤੁਰੇ ਜਾਂਦੇ ਹਾਂ। ਉਹ ਕਹਿੰਦੇ ਜੇ ਤੁਹਾਡੇ ਰਾਮ ਰਾਮ ਕਰਨ ਨਾਲ ਤੁਹਾਨੂੰ ਮਿਲਦਾ ਫਿਰ ਉੱਥੇ ਹੀ ਰਹਿ ਲਓ, ਇੱਥੇ ਸਾਡੇ ਕੋਲ ਕਿਉਂ ਆਉਂਦੇ ਹੋ? ਸਾਡੇ ਕੋਲ ਕਿਉਂ ਆਉਂਦੇ ਹੋ? ਨਾਸਤਿਕ ਲੋਕ ਰੱਬ ਨੂੰ ਨਹੀਂ ਮੰਨਦੇ, ਪਰ ਜੇ ਤੁਸੀਂ ਦੇਖੋਗੇ ਹੈ ਉਹਨਾਂ ਕੋਲ ਵੀ ਸਭ ਕੁਛ। ਇਸ ਲਈ ਸਾਡਾ ਫਰਜ਼ ਬਣਦਾ ਕਿ ਅਸੀਂ ਰੱਬ ਤੋਂ ਇਹੋ ਜਿਹੇ ਕੰਮ ਨਾ ਲਈਏ, ਮੈਨੂੰ ਸਾਈਕਲ ਦੇ ਦੇ ਜੀ, ਮੈਨੂੰ ਸਕੂਟਰ ਦੇ ਦੇ ਜੀ, ਮੈਨੂੰ ਫਲਾਣਾ ਦੇ ਦੇ ਜੀ। ਉਹ ਜਿਹੜੇ ਰੱਬ ਨੂੰ ਨਹੀਂ ਮੰਨਦੇ ਉਹਨਾਂ ਕੋਲ ਸਾਈਕਲ ਸਕੂਟਰ ਕਾਰਾਂ ਹੈਗੀਆਂ। ਤੁਸੀਂ ਵੀ ਆਪਣੇ ਯਤਨਾਂ ਨਾਲ ਲੈ ਲਓ, ਆਪਣੇ ਯਤਨਾਂ ਨਾਲ। ਪਰ ਨਹੀਂ, ਸਾਨੂੰ ਤਾਂ ਇਹੀ ਸਿਖਾਇਆ ਗਿਆ ਪਾਸ ਹੋਣਾ ਗੁਰਦੁਆਰੇ ਮੱਥਾ ਟੇਕ ਕੇ ਜਾਈ। ਮੈਂ ਜਦੋਂ ਗੁਰਦੁਆਰੇ ਮੱਥਾ ਟੇਕਣ ਲੱਗਾ ਉਹਨੇ ਚ MA ਕਰ ਲਈ ਸੀ, ਮੈਂ ਉਹਨੇ ਤਾਂ MA ਕਰ ਲਈ ਸੀ। ਉਹਦੇ ਬਾਅਦ ਮੈਂ ਗੁਰਦੁਆਰੇ ਜਾਣ ਲੱਗਾ। ਇਹਦੇ ਬਾਅਦ ਗੁਰਦੁਆਰੇ ਜਿਹੜੇ ਗੁਰਦੁਆਰੇ ਨਹੀਂ ਜਾਂਦੇ ਥੋੜ੍ਹਾ ਪਾਸ ਹੀ ਨਹੀਂ ਹੋਣਗੇ। ਉਹ ਪਾਸ ਤਾਂ ਮਿਹਨਤ ਨਾਲ ਹੋਣਾ, ਮੇਰੇ ਗੁਰਦੁਆਰੇ ਜਾਣ ਨਾਲ ਨਹੀਂ ਹੋਣਾ। ਜਿਵੇਂ 7ਵੀਂ 'ਚ ਬੱਚੇ ਕਾ ਗਏ ਮਾਂ ਨਾਲ ਆ ਗਏ, ਇਹ ਮੇਰਾ ਪੁੱਤ ਜੀ 7ਵੀਂ 'ਚ ਪਾਸ ਹੋ ਜਾਏ। ਮੈਂ ਹੁਕਮਨਾਮਾ ਲਿਆ, ਮੈਂ ਹਾਂ ਜੀ ਪਾਸ ਹੋ ਜਾਏਗਾ। ਉਹ ਬੱਚਾ ਪੜ੍ਹਨਾ ਹੀ ਹਟ ਗਿਆ। ਮਾਂ ਕਹਿੰਦੀ ਵੀ ਤੂੰ ਪੜ੍ਹਦਾ ਨਹੀਂ? ਕਹਿੰਦੇ ਬਾਬਾ ਜੀ ਕਹਿੰਦੇ ਪਾਸ ਹੋ ਜਾਏਗਾ। ਕਹਿੰਦੇ ਪੜ੍ਹ ਤਾਂ ਲੈ। ਸੋ ਇਸ ਲਈ ਆਪਣੇ ਵੱਲੋਂ ਯਤਨ ਕਰੋ, ਪਰਮਾਤਮਾ ਦੇ ਵਿੱਚ ਬਰਕਤ ਪਾਉਣੀ ਹੈ। God helps those who help themselves। ਜਿਹੜੇ ਆਪ ਯਤਨ ਕਰਦੇ ਨੇ ਪਰਮਾਤਮਾ ਉਹਨਾਂ ਦੀ ਸਹਾਇਤਾ ਕਰਦਾ। ਜਿਹੜੇ ਹੱਥ 'ਤੇ ਹੱਥ ਧਰ ਕੇ ਬੈਠੇ ਨੇ ਪਰਮਾਤਮਾ ਉਹਨਾਂ ਦੀ ਸਹਾਇਤਾ ਨਹੀਂ ਕਰਦਾ। ਉਹ ਕਹਿੰਦਾ ਤੂੰ ਤਾਂ ਯਤਨਸ਼ੀਲ ਹੀ ਨਹੀਂ ਹੈ, ਤੂੰ ਯਤਨ ਕਰ, ਫਿਰ ਮੈਂ ਤੇਰੇ ਯਤਨ 'ਚ ਬਰਕਤ ਪਾ ਦਾਂਗਾ। ਬਾਣੀ ਅਸੀਂ ਇਸ ਲਈ ਪੜ੍ਹਨੀ ਕਿ ਸਾਡੀ ਕਮਾਈ ਦੇ ਵਿੱਚ ਬਰਕਤ ਹੋਵੇ, ਵਿਅਰਥ ਦਾ ਨਾ ਖਰਚ ਹੁੰਦਾ ਰਹੇ। ਸੋ ਸਾਰੇ ਕੰਮ ਬਾਣੀ ਤੋਂ ਨਹੀਂ ਲੈਣੇ ਵੀ ਹਾਂ ਜੀ ਬਸ ਮੈਂ ਬੈਠਾ ਰਹਾ ਕੁਝ ਕਰਾਂ ਨਾ ਅਤੇ ਬਾਣੀ ਮੈਨੂੰ ਸਭ ਕੁਝ ਦੇਈ ਜਾਵੇ। ਸਾਨੂੰ ਹੁਕਮ ਹੈ ਉਦਮ ਕਰੰਦਿਆਂ ਜੀਓ ਤੂੰ, ਨਹੀਂ ਤਾਂ ਗੁਰੂਆਂ ਕੋ ਉਦਮ ਕਰਨ ਦੀ ਲੋੜ ਹੀ ਨਹੀਂ ਰਹੋ ਜੀ। ਉਦਮ ਕਰੰਦਿਆਂ ਜੀਓ ਤੂੰ, ਕਮਾਉਂਦਿਆਂ ਸੁਖ ਪੁੰਚ, ਧਿਆਇਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਅਸਲ ਧਰਮ ਤਾਂ ਕਹਿੰਦਾ ਤੁਸੀਂ ਪਰਮਾਤਮਾ ਨੂੰ ਮਿਲਣ ਆਏ ਹੋ, ਅਤੇ ਪਰਮਾਤਮਾ ਨੂੰ ਤੁਸੀਂ ਤਾਂ ਹੀ ਮਿਲ ਸਕਦੇ ਜੇ ਪਰਮਾਤਮਾ ਦਾ ਨਾਮ ਜਪੋਗੇ। ਐਕਚੁਅਲੀ ਤਾਂ ਆਹ ਹੈ ਧਰਮ। ਬਈ ਉਂਝ ਤੁਸੀਂ ਪਰਮਾਤਮਾ ਨੂੰ ਨਹੀਂ ਮਿਲ ਸਕਦੇ, ਅਤੇ ਆਏ ਹੋ ਤੁਸੀਂ ਪਰਮਾਤਮਾ ਨੂੰ ਮਿਲਣ। ਜਿਹੜਾ ਤੁਹਾਡਾ ਉਦੇਸ਼ ਹੈ ਜ਼ਿੰਦਗੀ ਦਾ ਪਰਮਾਤਮਾ ਨੂੰ ਮਿਲਣਾ, ਅਤੇ ਉਹ ਨਾਮ ਜਪੇ ਤੋਂ ਬਿਨਾਂ ਮਿਲ ਨਹੀਂ ਸਕਦਾ, ਅਤੇ ਨਾਮ ਗੁਰੂ ਤੋਂ ਬਿਨਾਂ ਨਹੀਂ ਮਿਲ ਸਕਦਾ। ਇਸ ਲਈ ਕਹਿੰਦੇ ਮੈਨੂੰ ਤੁਸੀਂ ਪਹਿਲਾਂ ਗੁਰੂ ਵਾਲੇ ਹੋਵੋ, ਫਿਰ ਉਹ ਨਾਮ ਜਪੋ, ਫਿਰ ਪਰਮਾਤਮਾ ਦੀ ਪ੍ਰਾਪਤੀ ਕਰੋ। ਧਰਮ ਤਾਂ ਆਹ ਹੈ। ਪਰ ਅਸੀਂ ਧਰਮ ਤੋਂ ਆਹ ਸੰਸਾਰਿਕ ਕੰਮ ਵੀ ਲੈਣੇ ਸ਼ੁਰੂ ਕਰਤੇ, ਸੰਸਾਰਿਕ ਕੰਮ ਵੀ ਲੈਣੇ ਸ਼ੁਰੂ ਕਰਤੇ। ਇਸ ਲਈ ਜੋ ਸਾਡਾ ਉਦੇਸ਼ ਸੀ ਉਸ ਤੋਂ ਅਸੀਂ ਉਖੜ ਗਏ। ਜੋ ਉਦੇਸ਼ ਸੀ ਪਰਮਾਤਮਾ ਦੀ ਪ੍ਰਾਪਤੀ ਉਹ ਤਾਂ ਉਖੜੀ ਗਈ ਉਸ ਵੱਲੋਂ, ਉਹ ਤਾਂ ਉਦੇਸ਼ ਰਿਹਾ ਹੀ ਨਹੀਂ ਹੈ। ਉਦੇਸ਼ ਤਾਂ ਸਾਰਾ ਸੰਸਾਰਿਕ ਵਸਤੂ ਹੋ ਗਿਆ ਹੈ। ਜਿਹੜਾ ਉਦੇਸ਼ ਸੀ ਉਹ ਤਾਂ ਇਹ ਸੀ ਰੱਬ ਦੀ ਪ੍ਰਾਪਤੀ। ਉਹ ਤੁਸੀਂ ਰੱਬ ਤਾਂ ਮੰਗਦੇ ਹੀ ਨਹੀਂ ਰੱਬ ਤੋਂ, ਅਸੀਂ ਤਾਂ ਚੀਜ਼ਾਂ ਮੰਗਦੇ ਰਹਿੰਦੇ ਹੋ। ਤੇਰੀ ਸਾਨੂੰ ਲੋੜ ਨਹੀਂ, ਸਾਨੂੰ ਦਾਤਾਂ ਦੇ ਦੇ ਬਸ। ਸੋ ਸਾਨੂੰ ਮੁੱਢ ਤੋਂ ਹੀ ਦੂਜੇ ਪਾਸੇ ਲਾ ਦਿੱਤਾ ਗਿਆ। ਸੋ ਗੁਰੂ ਮਹਾਰਾਜ ਕਹਿੰਦੇ ਗੁਰਮਤੀ ਆਪ ਗਵਾਏ ਨਾਮ ਧਿਆਈਏ। ਗੁਰੂ ਦੀ ਮੱਤ 'ਤੇ ਚੱਲਣਾ, ਆਪਣੇ ਅੰਦਰ ਹਉਮੈ ਖਤਮ ਕਰਨੀ ਹੈ, ਨਾਮ ਜਪਣਾ। ਦੂਜੀ ਕਾਰ ਹੈ ਅਲੱਗ, ਇੱਕ ਤਾਂ ਗੁਰੂ ਦੀ ਦੱਸੀ ਕਾਰ ਹੈ, ਉਹ ਤਾਂ ਕਰਨੀ ਨਹੀਂ,
ਹੋਰ ਕੰਮ 'ਚ ਲੱਗ ਕੇ ਜਨਮ ਗਵਾਈਏ। ਮਨੁੱਖ ਆਪਣਾ ਮਨੁੱਖਾ ਜਨਮ ਗਵਾ ਕੇ ਸੰਸਾਰ ਤੋਂ ਚਲੇ ਜਾਂਦਾ। ਗੁਰੂ ਦੀ ਦੱਸੀ ਕਾਰ ਹੀ ਅਸਲ ਕਾਰ ਹੈ। ਅਤੇ ਗੁਰੂ ਮਾਰ ਕੇ ਦਸਾਂ ਨੌਂ ਦੀ ਕਿਰਤ ਕਰੋ, ਕਿਰਤ ਕਰੋ, ਨਾਮ ਜਪੋ, ਵੰਡ ਕੇ ਛਕੋ। ਬਾਕੀ ਤਾਂ ਹੋਰ ਗੱਲਾਂ, ਪਰ ਜੇ ਕੋਈ ਤੇਰੇ 'ਤੇ ਵੀ ਪੈਰਾ ਦੇ ਤੇ ਬੜਾ ਕੁਛ ਹੋ ਸਕਦਾ ਤੇਰੇ ਨਾਲ ਜੀ। ਜੇ ਕੋਈ ਦੋ ਗੱਲਾਂ 'ਤੇ ਵੀ ਪਜੜ, ਨਾਮ ਵੀ ਵੰਡ ਕੇ ਛਕੋ, ਦੋ ਗੱਲਾਂ 'ਤੇ ਪੈਰਾ, ਕਿਰਤ ਕਰੋ, ਨਾਮ ਜਪੋ, ਇਹਦੇ ਨਾਲ ਹੀ ਬੜਾ ਕੁਛ ਹੋ ਜਾਏਗਾ। 80% ਲੋਕਾਂ ਦੀ ਕਿਰਤ ਹੀ ਠੀਕ ਨਹੀਂ, ਉਹਨਾਂ ਦੇ ਕਿਰਤ ਹੀ ਸੁੱਚੀ ਨਹੀਂ, ਮੁੱਢੋਂ ਹੀ ਉਹ ਤਾਂ ਗਲਤ ਨੇ। ਉਹਨਾਂ ਨਾਮ ਕੀ ਜਪਣਾ? ਨਾਮ ਜਪਣ ਤੋਂ ਪਹਿਲਾਂ ਸਾਡੀ ਕਿਰਤ ਸੁੱਚੀ ਹੋਣੀ ਚਾਹੀਦੀ, ਦਸਾਂ ਨੂੰਹਾਂ ਦੀ ਕਿਰਤ ਹੋਣੀ ਚਾਹੀਦੀ। ਕਿਸੇ ਪ੍ਰਕਾਰ ਦੀ ਠੱਗੀ, ਠੋਰੀ, ਹੇਰਾ ਫੇਰੀ, ਮਿਲਾਵਟ, ਧੋਖਾ, ਕੜੀ, ਰਿਸ਼ਵਤ ਇਹ ਨਹੀਂ ਚਾਹੀਦੀ। ਦਸਾਂ ਨੂੰਹਾਂ ਦੀ ਕਿਰਤ ਚਾਹੀਦੀ ਹੈ। ਫਿਰ ਨਾਮ ਜਪੋਗੇ ਤਾਂ ਤਰੱਕੀ ਹੋਵੇਗੀ। ਗੁਰੂ ਨਾਨਕ ਦੇ 3 ਸਿਧਾਂਤ ਸੰਸਾਰ ਨੂੰ ਬੜੇ ਜ਼ਬਰਦਸਤ ਦਿੱਤੇ ਹੋਏ ਹਨ। ਵੀ ਕਿਰਤ ਕਰੋਗੇ ਤੁਹਾਡੇ ਕੋਲ ਮਾਇਆ ਹੋਏਗੀ। ਜਿੰਨਾ ਸਰੀਰਕ ਸੁੱਖ ਹੈ ਇਹ ਸਾਨੂੰ ਮਾਇਆ ਨਾਲ ਮਿਲਿਆ ਹੋਇਆ, ਇਹ ਨਾਮ ਜਪਣ ਨਾਲ ਨਹੀਂ ਮਿਲਿਆ। ਸਾਧੂ ਨਾਮ ਜਪਦੇ ਰਹਿੰਦੇ ਸਨ ਪਰ ਵਿਚਾਰੇ ਪੱਖੀ ਚੱਲਦੇ ਰਹਿੰਦੇ ਸਨ। ਨਾਮ ਨੇ ਉਹਨਾਂ ਨੇ ਠੰਡੀ ਹਵਾ ਨਹੀਂ ਚਲਾਈ, ਉਹਨਾਂ ਲਈ ਨਾਮ ਨੇ ਉਹਨਾਂ ਲਈ ਏਸੀ ਨਹੀਂ ਪੈਦਾ ਕੀਤੇ। ਇਹ ਤਾਂ ਸਾਇੰਸ ਦਾ ਧੰਨਵਾਦ ਕਰਨਾ ਚਾਹੀਦਾ, ਸਾਇੰਸਦਾਨਾਂ ਦਾ, ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ, ਤੁਸੀਂ ਸਾਡੀ ਜ਼ਿੰਦਗੀ ਨੂੰ ਸਵਰਗ ਬਣਾ ਕੇ ਰੱਖਤਾ ਹੈ। ਸਾਇੰਸ ਦੀਆਂ ਕਾਢਾਂ ਨੇ ਮਨੁੱਖ ਦੀ ਜ਼ਿੰਦਗੀ, ਇੱਕ ਸਾਇੰਸ ਦੀ ਕਾਢ ਹੋਵੇ, ਦੂਜੀ ਮਾਇਆ ਹੋਵੇ। ਸਾਇੰਸ ਦੀ ਕਾਢ ਹੈ ਪਰ ਮਾਇਆ ਨਹੀਂ ਹੈ ਤਾਂ ਵੀ ਅਸੀਂ ਕੋਈ ਫਾਇਦਾ ਨਹੀਂ। ਸਾਇੰਸ ਦੀ ਕਾਢ ਹੈ ਅਸੀਂ ਤਿਆਰ ਕਰਦੇ, ਮੇਰੇ ਕੋਲ ਮਾਇਆ ਹੀ ਨਹੀਂ, ਫਿਰ ਮੈਂ ਕੀ ਕਰਾਂਗੇ? ਅਸੀਂ ਏ ਸੀ ਵੀ ਮੈਂ ਤਾਂ ਹੀ ਖਰੀਦ ਸਕਦਾ ਜੇ ਮਾਇਆ ਹੋਵੇ। ਮਾਇਆ ਤਾਂ ਹੋਏਗੀ ਜੇ ਮੈਂ ਕਿਰਤ ਕਰਾਂਗਾ। ਗੁਰੂ ਨਾਨਕ ਦੀ ਗੱਲ 'ਤੇ ਦੇਖੋ, ਵਿਚਾਰ ਕਰਕੇ ਦੇਖੋ ਤੁਸੀਂ ਵੀ ਕਿੰਨੀ ਜ਼ਬਰਦਸਤ ਚੀਜ਼ ਹੈ। ਕਿਰਤ ਕਰੋਗੇ ਤੁਹਾਡੇ ਕੋਲ ਮਾਇਆ ਹੋਏਗੀ, ਮਾਇਆ ਦੇ ਨਾਲ ਹੀ ਤੁਸੀਂ ਸਾਰੀਆਂ ਸਹੂਲਤਾਂ ਪ੍ਰਾਪਤ ਕਰ ਸਕਦੇ ਹੋ। ਅੱਜ ਅਸੀਂ ਚੰਗੇ ਕੱਪੜੇ ਪਾ ਰਹੇ ਹਾਂ, ਵਧੀਆ ਮਕਾਨਾਂ 'ਚ ਰਹਿ ਰਹੇ ਹਾਂ, ਵਧੀਆ ਆਵਾਜਾਈ ਦੇ ਸਾਡੇ ਕੋਲ ਸਾਧਨ ਨੇ, ਘਰ 'ਚ ਬੜੀਆਂ ਸਹੂਲਤਾਂ ਨੇ, ਇਹ ਸਿਰਫ ਮਾਇਆ ਕਾਰਨ। ਪਰ ਜੇ ਬੰਦੇ ਕੋਲ ਮਾਇਆ ਹੁੰਦੀ ਅਤੇ ਸਾਇੰਸ ਨਾ ਹੁੰਦੀ ਤਾਂ ਵੀ ਨਹੀਂ ਸੀ ਗੱਲ। ਸ਼ਾਹ ਜਹਾਨ ਵਰਗਿਆਂ ਨੂੰ ਵੀ ਪੱਖਾ ਝੱਲਿਆ ਕਰਦੇ ਸਨ। ਅੱਜ ਦਾ ਗਰੀਬ ਬੰਦਾ ਵੀ ਸ਼ਾਹ ਜਹਾਨ ਤੋਂ ਵਧੀਆ, ਉਹ ਤਾਂ ਵਿਚਾਰ ਆਪ ਚੱਲਦਾ, ਜੇ ਨੌਕਰ ਰੱਖੇ ਹੁੰਦੇ ਸਨ ਪੱਖਾ ਝੱਲਦੇ। ਅੱਜ ਗਰੀਬ ਦੇ ਘਰ 'ਚ ਪੱਖੇ ਲੱਗੇ ਹੋਏ ਨੇ। ਹੁਣ ਹੋਰ ਵੀ ਨਾ ਵਧੀ, ਕਿਸੇ ਨੇ ਕਾਢ ਕੱਢੀ ਵੀ ਯਾਰ ਏਸੀ ਹੈ, ਇਹ ਰਿਮੋਟ ਨਾਲ ਚੱਲਦਾ ਹੈ, ਪੱਖੇ ਵੀ ਰਿਮੋਟ ਵਾਲੇ ਬਣਾ ਲਓ। ਮੇਰੇ ਕੋਲ ਲੱਗੇ ਨੇ ਰਿਮੋਟ ਨਾਲ ਚੱਲਦੇ ਨੇ ਪੱਖੇ। ਬੈਠੇ ਰਹੋ, ਹਾਂਜੀ ਦਬੋ, ਅਜਲ ਚੱਲ ਪੂ ਅਜ ਬਾਦ ਮੈਂ ਆ ਵੀ ਕਿਸੇ ਚੰਗੀ ਸੁਝੀ ਹੈ ਵੀ ਕਿਹੜਾ ਉੱਠੇਗਾ। ਇੱਕ ਦਿਨ ਉਹਨੇ ਬਲਬ ਵੀ ਐਂ ਜਗਣੇ, ਸੁੱਚਾਂ ਵੀ ਔਨ ਆਫ ਐਂ ਹੋਈ ਜਾਣੀ। ਹੋਰ 2-4 ਸਾਲਾਂ 'ਚ ਸਾਇੰਸ ਨੇ ਕੱਢਦੇ ਮਾਇਆ ਤੁਹਾਡੇ ਕੋਲ ਹੈ, ਆਪਣਾ ਸਵਰਗ 'ਚ ਰਹੋ। ਅਸੀਂ ਤਾਂ ਆਪਣੀ ਬੇਵਕੂਫੀ ਕਾਰਨ ਸਵਰਗ ਨੂੰ ਨਰਕ 'ਚ ਬਦਲ ਦਿੰਦੇ ਹਾਂ। ਨਸ਼ੇ ਕਰਨ ਲੱਗ ਪਏ, ਪੁੱਠੇ ਕੰਮ ਕਰਨ ਲੱਗ ਪਏ, ਤੁਹਾਨੂੰ ਉਜਾੜਨ ਲੱਗ ਪਏ। ਪਰਮਾਤਮਾ ਨੇ ਸਾਨੂੰ ਸਵਰਗ ਦਿੱਤਾ ਸੀ, ਅਸੀਂ ਕੁਝ ਕੁ ਸਾਲਾਂ 'ਚ ਉਹਨੂੰ ਨਰਕ 'ਚ ਬਦਲ ਦਿੰਦੇ। ਇਹ ਤਾਂ ਸਾਡੀ ਮੂਰਖਤਾ ਹੈ। ਸੋ ਤਾਂ ਗੁਰੂ ਮਹਾਰਾਜ ਕਹਿੰਦੇ, ਗੁਰਮਤੀ ਆਪ ਗਵਾਏ ਨਾਮ ਧਿਆਈਏ। ਗੁਰੂ ਦੀ ਮੱਤ 'ਤੇ ਚੱਲ ਕੇ ਬੰਦਾ ਆਪ ਨੇ ਹਉਮੈ, ਅੰਦਰੋਂ ਹਉਮੈ ਨੂੰ ਖਤਮ ਕਰ ਲੈਂਦਾ, ਫਿਰ ਨਾਮ ਜਪਦਾ। ਦੂਜੀ ਕਾਰ ਹੈ ਅਲੱਗ। ਗੁਰੂ ਨੇ ਜਿਹੜੀ ਕਾਰ ਦੱਸੀ ਹੈ, ਕੰਮ ਦੱਸਿਆ, ਉਹ ਕਰਨਾ ਨਹੀਂ, ਹੋਰ ਕੰਮ 'ਚ ਲੱਗ ਕੇ ਜਨਮ ਗਵਾਈਏ। ਮਨੁੱਖ ਆਪਣਾ ਮਨੁੱਖਾ ਜੀਵਨ ਗਵਾ ਕੇ ਚਲਿਆ ਜਾਂਦਾ। ਆਇਆ ਸੀ ਨਾਮ ਜਪਣ, ਹੋਰ ਕੰਮ ਕਰਦਾ ਰਿਹਾ। ਵਿਨ ਨਾਮੇ ਸਭ ਵਿਸ਼ ਪੈਜੈ ਖਾਈਏ। ਇਹ ਵਿਸ਼ ਹੈ, ਸੰਸਕ੍ਰਿਤ ਦਾ ਸ਼ਬਦ ਹੈ। ਦੇਖਣ ਨੂੰ ਵਿਸ਼ ਜਿਹੜਾ ਹੈ, ਜੇ ਪੁੱਛ ਕੇ ਵਿਸ਼ ਕੀ ਹੁੰਦੀ, ਆਪਾਂ ਕਹਿੰਦੇ ਜ਼ਹਿਰ। ਜ਼ਹਿਰ ਦੇ ਦੇਖਣ ਨੂੰ ਇਸਤਰੀ ਲਿੰਗ ਹੈ। ਉਹ ਮੈਂ ਡਿਕਸ਼ਨਰੀ ਵੇਖੀ, ਉੱਥੇ ਲਿਖਿਆ ਹੈ ਵਿਸ਼, ਸੰਸਕ੍ਰਿਤ ਲਿਖਿਆ ਹੈ ਪੁਲਿੰਗ। ਇਹ ਵਿਸ਼ ਜਿਹੜਾ ਸ਼ਬਦ ਹੈ ਇਹ ਪੁਲਿੰਗ ਹੈ, ਅਰਥ ਹੈ ਜ਼ਹਿਰ। इसलिए सस्से ਨੂੰ ਔਂਕੜ ਜਿਹੜਾ ਲੱਗਾ ਇਹ ਸਿੱਧ ਕਰਦਾ ਹੈ ਵੀ ਵਿਸ਼ ਜਿਹੜਾ ਹੈ ਪੁਲਿੰਗ ਹੈ।
ਕਿਉਂਕਿ ਮੈਂ ਤਾਂ ਵਿਸ਼ ਜ਼ਹਿਰ ਹੀ ਪੜ੍ਹੀ ਸੀ। ਫਿਰ ਮੈਂ ਵੀ ਔਂਕੜ ਆਖਰ ਕਰ ਲੱਗਾ ਹੋਇਆ ਹੈ ਵੀ ਕਿਉਂ ਲਾਇਆ। ਕੱਲ੍ਹ ਹੀ ਮੈਂ ਡਿਕਸ਼ਨਰੀ ਵੇਖਦਾ ਰਿਹਾ ਹਿੰਦੀ ਦੀ, ਉੱਥੇ ਮੈਨੂੰ ਵਿਸ਼ ਸ਼ਬਦ ਲੱਭ ਗਿਆ। ਉੱਥੇ ਬ੍ਰਾਈਟ ਲਿਖਿਆ ਸੀ ਪੁਲਿੰਗ। ਮੈਂ ਉਹ ਗੁਰਬਾਣੀ 'ਚ ਜਿੰਨੇ ਇੱਕ ਵਚਨ ਅਤੇ ਪੁਲਿੰਗ ਸ਼ਬਦ ਹਨ ਉਹਨਾਂ ਨੂੰ ਔਂਕੜ ਲੱਗਾ ਹੋਇਆ ਹੈ, ਇਸ ਲਈ ਹੈ। ਇਹਨੂੰ ਵਿਸੂ ਪੜ੍ਹਨਾ ਨਹੀਂ, ਇਹ ਵਿਸ਼ ਹੈ। ਸੰਸਕ੍ਰਿਤ ਦੇ ਸ਼ਬਦ ਹੈ ਜ਼ਹਿਰ। ਵਿਨ ਨਾਵੇਂ ਸਭ ਵਿਸ਼ ਪੈਜੈ ਖਾਈਏ। ਪੈਜੈ ਹੁੰਦਾ ਪਹਿਨਣਾ, ਖਾਈਏ ਮੈਨੇ ਖਾਣ। ਅਗਰ ਅਸੀਂ ਨਾਮ ਨਹੀਂ ਜਪਦੇ ਤਾਂ ਜੋ ਕੁਛ ਵੀ ਅਸੀਂ ਪਹਿਨ ਰਹੇ ਹਾਂ, ਖਾ ਰਹੇ ਹਾਂ, ਸਮਝੋ ਅਸੀਂ ਇਹ ਜ਼ਹਿਰ ਦੀ ਨਿਆਈ ਨੇ। ਜਿਵੇਂ ਜ਼ਹਿਰ ਮਨੁੱਖ ਦਾ ਨੁਕਸਾਨ ਕਰਦੀ ਹੈ ਜੇ ਆਪਾਂ ਖਾਈਏ। ਅਗਰ ਅਸੀਂ ਨਾਮ ਨਹੀਂ ਜਪਦੇ ਤਾਂ ਗੁਰਬਾਣੀ ਕਹਿੰਦੇ ਆ ਐਂ ਸਮਝੋ ਜੋ ਤੁਸੀਂ ਪਹਿਨ ਰਹੇ ਹੋ, ਜੋ ਤੁਸੀਂ ਖਾ ਰਹੇ ਹੋ, ਇਹ ਜ਼ਹਿਰ ਦੀ ਨਿਆਈ ਹੈ। ਸੱਚਾ ਸ਼ਬਦ ਸਲਾਹੇ ਸੱਚ ਸਮਾਈਏ। ਜੈਨ ਅਸੀਂ ਪੜ੍ਹੇ ਸੱਚਾ ਸ਼ਬਦ ਸਲਾਹ। ਹਾਹੇ ਨੂੰ ਸਿਆਰੀ ਦੱਸ ਰਹੀ ਹੈ ਕਿ ਸਲਾਹ ਕੇ, ਇਹਦਾ ਅਰਥ ਹੈ ਸਲਾਹ ਕੇ। ਜੇ ਕਈ ਥਾਵਾਂ ਦਾ ਸੱਚਾ ਸ਼ਬਦ ਸਲਾਹੇ, ਉਹਦਾ ਮਤਲਬ ਹੈ ਸਲਾਹੇ ਮਨੇ ਸਲਾਉਂਦਾ ਹੈ, ਸਲਾਹੇ ਸਲਾਉਂਦੇ ਹਨ। ਜਿਵੇਂ ਪਾਹੇ ਪਾਉਂਦਾ ਹੈ, ਪਾਹੇ ਪਾਉਂਦੇ ਹਨ, ਖਾਹੇ ਖਾਂਦਾ ਹੈ, ਖਾਹੇ ਖਾਂਦੇ ਹਨ। ਪਰ ਇੱਥੇ ਉਹ ਭਾਵ ਨਹੀਂ ਹੈ। ਇੱਥੇ ਸਲਾਉਂਦਾ ਹੈ ਤਾਂ ਭਾਵ ਨਹੀਂ ਹੈ। ਜੇ ਸਲਾਉਂਦਾ ਹੈ ਤਾਂ ਭਾਵ ਨਾ ਫਿਰ ਆਪਾਂ ਪੜ੍ਹਦਾ ਸਲਾਹੇ। ਇਹ ਸਲਾਹ ਕੇ, ਸਿਫਤ ਸਲਾਹ ਕਰਕੇ। ਸੱਚਾ ਸ਼ਬਦ ਸਲਾਹ ਸੱਚ ਸਮਾਈ। ਪਰਮਾਤਮਾ ਦੇ ਨਾਮ ਦੀ ਸਿਫਤ ਸਲਾਹ ਕਰਕੇ ਪਰਮਾਤਮਾ ਦੇ ਵਿੱਚ ਹੀ ਮਨੁੱਖ ਲੀਨ ਹੋ ਜਾਂਦਾ ਹੈ। ਪਰਮਾਤਮਾ ਦੇ ਨਾਮ ਦੀ ਸਿਫਤ ਸਲਾਹ ਜਾਂ ਪਰਮਾਤਮਾ ਦੀ ਸਿਫਤ ਸਲਾਹ ਇੱਕੋ ਹੀ ਗੱਲ ਹੈ, ਕਿਉਂਕਿ ਧਰਮ ਅਨੁਸਾਰ ਨਾਮ ਅਤੇ ਨਾਮੀ ਵਿੱਚ ਕੋਈ ਫਰਕ ਨਹੀਂ ਹੁੰਦਾ। ਵਿਨ ਸਤਿਗੁਰ ਸੇਵੇ ਨਾਹੀ ਸੁਖ ਨਿਵਾਸ। ਇਹ ਦੋ ਸਾਰੂ ਗੁਣ ਇੱਥੇ। ਵਿਨ ਸਤਿਗੁਰ ਸੇਵੇ ਨਾਹੀ ਸੁਖ ਨਿਵਾਸ। ਫਿਰ ਆਈਏ। ਬਿਨਾਂ ਗੁਰੂ ਦੇ ਸੇਵਾ ਕੀਤਿਆਂ ਸੁੱਖ ਦੇ ਵਿੱਚ ਨਿਵਾਸ ਹੀ ਨਹੀਂ ਬੰਦੇ ਦਾ ਹੁੰਦਾ। ਪਰ ਮਨੁੱਖ ਨੂੰ ਸੁੱਖ ਮਿਲਦਾ ਹੀ ਨਹੀਂ ਹੈ। ਗੁਰੂ ਦੇ ਹੁਕਮ ਮੰਨੇ ਬਿਨਾਂ ਸੁੱਖ ਨਹੀਂ ਮਿਲਦਾ। ਔਰ ਸਾਡੀ ਜ਼ਿੰਦਗੀ ਦੁੱਖ ਕਿਉਂ ਨੇ? ਕਿਉਂਕਿ ਅਸੀਂ ਗੁਰੂ ਦੇ ਹੁਕਮ ਨੂੰ ਨਹੀਂ ਮੰਨਦੇ। ਜਿਵੇਂ ਗੁਰਬਾਣੀ ਹੈ ਕਹਿੰਦੀ ਉਵੇਂ ਨਹੀਂ ਕਰਦੇ, ਆਪਣੀ ਮਰਜ਼ੀ ਕਰਦੇ ਆ, ਫਿਰ ਗਲਤ ਮਲਤ ਕਰਦੇ ਆ, ਫਿਰ ਦੁੱਖ ਪਾਉਂਦੇ। ਹੁਣ ਜੇ ਸਾਰੀ ਦੁਨੀਆ ਗੁਰੂ ਦੇ ਹੁਕਮ ਨੂੰ ਮੰਨਣ ਲੱਗ ਜੇ, ਸਾਰੀਆਂ ਜੇਲਾਂ ਖਤਮ, ਪੁਲਿਸ ਖਤਮ, ਕੀ ਕਰਾਉਣਾ ਇਹਨਾਂ ਤੋਂ? ਪੁਲਿਸ ਇਸੇ ਲਈ ਹੈ ਕਿ ਅਸੀਂ ਪੁੱਠੇ ਕੰਮ ਕਰਦੇ ਹਾਂ। ਹੁਣ ਦਿਨੋਂ ਦਿਨ ਪੰਜਾਬ 'ਚ ਪੁਲਿਸ ਵੱਧ ਰਹੀ ਹੈ, ਇਹਦੇ ਮਤਲਬ ਅਸੀਂ ਦਿਨੋਂ ਦਿਨ ਭੈੜੇ ਹੁੰਦੇ ਜਾ ਰਹੇ ਹਾਂ। ਪਹਿਲਾਂ ਬਿਹਾਰ ਨੂੰ ਕਹਿੰਦੇ ਸੀ ਉਹ 'ਚ ਲੁੱਚੇ ਲਫੰਗੇ ਲੋਕ ਰਹਿੰਦੇ ਨੇ। ਮੈਂ ਕਈ ਵਾਰ ਬਿਹਾਰ ਗਿਆ। ਪੰਜਾਬ ਨੂੰ ਉੱਥੇ ਪੁਲਿਸ ਘੱਟ ਹੈ। ਬਿਹਾਰ ਬਹੁਤ ਵੱਡੀ ਸਟੇਟ ਹੈ। ਪੰਜਾਬ ਦਾ ਪੁਲਿਸ ਦੋ ਕਦਮਾਂ 'ਤੇ ਖੜੀ ਹੈ ਜੀ, ਇੰਨੀ ਪੁਲਿਸ ਖੜੀ ਹੈ। ਇਸ ਦਾ ਮਤਲਬ ਹੈ ਅਸੀਂ ਤਾਂ ਬਿਹਾਰ ਵਾਲੇ ਟੱਪ ਗਏ, ਅਸੀਂ ਤਾਂ ਉਹਨਾਂ ਤੋਂ ਵੀ ਟੱਪ ਗਏ। ਇੰਨੇ ਪੁੱਠੇ ਕੰਮ ਕਰਦੇ ਹਨ। ਮੈਂ ਧੰਨ ਪੁਲਿਸ ਵਾਲੇ ਨੂੰ, ਹਰ ਵਕਤ ਹੀ ਉਹਨਾਂ ਵਕਤ ਖੜੇ ਹੀ ਰਹਿੰਦਾ ਹੈ। ਨਾ ਦਿਨੇ ਚੈਨ, ਨਾ ਰਾਤ ਨੂੰ ਚੈਨ। ਫਿਰ ਜਦੋਂ ਬੰਦਾ ਆਪ ਹੀ ਬੇਆਰਾਮ ਹੈ, ਮੈਂ ਦੇਖਿਆ ਉਹਦਾ ਸੁਭਾਅ ਖਿਝ ਜਾਂਦਾ। ਜਿਹੜਾ ਖਿਝ ਗਿਆ ਹੈ ਉਹਨੇ ਕੁਟਾਪਾ ਫਿਰ ਕਰਨਾ ਹੀ ਕਰਨਾ, ਕਿਤੇ ਵੱਧ ਲੱਗ ਗਈ, ਕਿਤੇ ਘੱਟ ਲੱਗ ਗਈ। ਬੰਦਾ ਇੱਕ ਸਹਿਣ ਸ਼ਕਤੀ ਵੀ ਇੱਕ ਹੱਦ ਹੁੰਦੀ ਹੈ, ਕੰਮ ਦੀ ਵੀ ਇੱਕ ਹੱਦ ਹੁੰਦੀ ਹੈ। ਉਹ ਜਦੋਂ ਹੱਦ ਤੋਂ ਵੱਧ ਕੰਮ ਕਰਨਾ ਪੈਂਦਾ ਫਿਰ ਬੰਦਾ ਖਿਝ ਜਾਂਦਾ ਹੈ। ਇਹ ਦੋ ਮਹਿਕਮੇ, ਇੱਕ ਡਾਕਟਰ ਅਤੇ ਇੱਕ ਪੁਲਿਸ, ਇਹਨਾਂ ਦਾ ਚੰਗਿਆਂ ਨਾਲ ਤਾਂ ਵਾਹ ਹੀ ਨਹੀਂ ਪੈਣਾ। ਡਾਕਟਰਾਂ ਦਾ ਵੀ ਰੋ ਰਿਹਾ, ਕੋਈ ਕੁਛ ਕਰ ਰਿਹਾ, ਕੋਈ ਕੁਛ ਕਰ ਰਿਹਾ, ਅਤੇ ਕੋਈ ਬੁਰਾ ਹਾਲ ਹੈ। ਮੈਂ ਕਹਿੰਦਾ ਧੰਨ ਨੇ, ਸਾਰੀ ਉਮਰ ਕਿਸੇ ਹੱਸਦੇ ਬੰਦੇ ਨੂੰ ਮਿਲਣੇ ਹੀ ਨਹੀਂ। ਮਰੀਜ਼ ਰੋ ਰਹੇ ਨੇ, ਕੋਈ ਵੱਢਿਆ ਹੋਇਆ, ਕੋਈ ਟੁੱਕਿਆ ਹੋਇਆ, ਲੱਗੇ ਰਹਿੰਦੇ। ਧੰਨ ਨੇ ਵੀ ਡਾਕਟਰ ਵੀ ਧੰਨ ਨੇ।
ਇਹ ਪੁਲਿਸ ਵਾਲੇ ਵੀ ਧਰਨ ਦਿਨ ਰਾਤ ਲੱਗੇ ਰਹਿੰਦੇ, ਅਸੀਂ ਨਲਾਇਕ ਹੋ ਗਏ। ਆਪ ਹੀ ਵਕਤ ਨੂੰ ਫੜਿਆ, ਉਹਨਾਂ ਨੇ ਵਕਤ ਨੂੰ ਫੜਿਆ ਹੋਇਆ। ਕਿਉਂ? ਅਸੀਂ ਗੁਰਬਾਣੀ ਦੀ ਸਿੱਖਿਆ ਤੋਂ ਬਹੁਤ ਦੂਰ ਚਲੇ ਗਏ। ਸ਼ਕਲਾਂ ਸੂਰਤਾਂ ਤੋਂ ਅਸੀਂ ਜ਼ਰੂਰ ਸਿੱਖ ਅਖਵਾਉਂਦੇ ਹਾਂ, ਪਰ ਸਾਡਾ ਜੀਵਨ ਗੁਰਬਾਣੀ ਦੇ ਵਿਰੁੱਧ ਹੋਣ ਕਰਕੇ ਕੋਈ ਨਾ ਕੋਈ ਵਕਤ ਸਾਨੂੰ ਖੜਾ ਹੀ ਰਹਿੰਦਾ ਹੈ। ਜੇ ਅਸੀਂ ਚੰਗੇ ਹਾਂ ਅਤੇ ਦੂਜੇ ਭੈੜੇ ਹੁੰਦੇ ਨੇ, ਉਹਨਾਂ ਕਾਰਨ ਦੁਖੀ ਹਾਂ। ਮੰਨ ਲਓ ਤੁਸੀਂ ਚੋਰ ਨਹੀਂ, ਪਰ ਚੋਰ ਆ ਕੇ ਤੁਹਾਡੇ ਚੋਰੀ ਕਰ ਜਾਂਦਾ, ਤੁਸੀਂ ਆਪਣੇ ਕਰਮ ਕਾਰਨ ਦੁਖੀ ਨਹੀਂ, ਉਹਦੇ ਕਰਮ ਕਾਰਨ ਦੁਖੀ ਹੋ ਜਾਂਦੇ। ਕੁਝ ਲੋਕ ਨੇ ਆਪਣੇ ਕਰਮ ਕਾਰਨ ਦੁਖੀ ਨੇ, ਕੁਝ ਲੋਕ ਨੇ ਦੂਜਿਆਂ ਦੇ ਕਰਮਾਂ ਕਾਰਨ ਦੁਖੀ ਹੁੰਦੇ ਨੇ। ਸੋ ਇਸ ਕਰਕੇ ਦੁੱਖ ਹੀ ਦੁੱਖ ਸਾਰੇ ਪਾਸੇ ਹੋ ਗਏ ਨੇ। ਕਹਿੰਦੇ ਦੁਨੀਆ ਖੋਟੀ ਰਾਸ ਕੂੜ ਕਮਾਈਏ। ਰਾਸ ਰਾਸ਼ੀ ਜਾਂ ਪੂੰਜੀ ਨੂੰ ਪੂੰਜੀ। ਦੁਨੀਆ ਦੇ ਕੋਲ ਤੇ ਖੋਟੀ ਰਾਸ਼ੀ ਹੈ। ਕਿਉਂ? ਕੂੜ ਕਮਾਈ ਹੈ। ਇਹ ਕੂੜ ਦੀ ਕਮਾਈ ਕਰਦੇ ਨੇ, ਸੱਚ ਦੀ ਤਾਂ ਕਮਾਈ ਨਹੀਂ ਕਰਦੇ, ਨਾਮ ਜਪਣ ਦੀ ਕਮਾਈ ਨਹੀਂ ਕਰਦੇ, ਇਹ ਤਾਂ ਕੂੜ ਇਕੱਠਾ ਕਰਨ ਦੀ ਕਮਾਈ ਕਰਦੇ ਰਹਿੰਦੇ ਹਨ। ਨਾਨਕ ਸੱਚ ਖਰਾ ਸਾਲਾ ਪਤ ਸਿਉ ਜਾਈਏ। ਪਰਮਾਤਮਾ ਦੀ ਸਿਫਤ ਸਲਾਹ ਕਰਕੇ, ਸਿਫਤ ਸਲਾਹ ਕਰਕੇ ਪਤ ਸਿਉ ਜਾਈਏ। ਇੱਜ਼ਤ ਸਹਿਤ ਅਸੀਂ ਫਿਰ ਪਰਮਾਤਮਾ ਦੇ ਦਰ 'ਤੇ ਜਾ ਸਕਦੇ ਹਾਂ। ਸੋ ਪਰਮਾਤਮਾ ਨੇ ਸਾਨੂੰ ਨਾਮ ਜਪਣ ਨੂੰ ਭੇਜਿਆ ਹੋਇਆ ਹੈ। ਇਸ ਲਈ ਜੇ ਅਸੀਂ ਨਾਮ ਜਪਾਂਗੇ ਤਾਂ ਉਹਦੇ ਦਰ 'ਤੇ ਅਸੀਂ ਜਾ ਸਕਦੇ ਹਾਂ, ਤਾਂ ਸਾਨੂੰ ਇੱਜ਼ਤ ਮਿਲ ਸਕਦੀ ਹੈ। ਸ਼ਲੋਕ ਮਹਿਲਾ ਪਹਿਲਾ। ਤੁਧ ਭਾਵੈ ਤਾਂ ਵਾਵੇਂ ਗਾਵੇਂ, ਤੁਧ ਭਾਵੈ ਜਲ ਨਹਾਵੇਂ। ਨੰਨੇ ਦੇ ਪੈਰ 'ਚ ਹਾਹਾ ਲਾ ਕੇ ਪੜ੍ਹਨ, ਨਹਾਵੇਂ। ਜਾਂ ਤੁਧ ਭਾਵੈ ਤਾਂ ਕਰੈ ਬਿਪੂਤਾ। ਉਹ ਜਿਹੜੇ ਵਾਵੇਂ ਗਾਵੇਂ ਇਹ ਦੂਜਿਆਂ ਲਈ ਹੈ। ਆ ਜਾ ਜਾਂ ਤੁਧ ਭਾਵੈ, ਇਹਨੂੰ ਭਾਵੇਂ ਨਹੀਂ ਪੜ੍ਹਨਾ, ਇਹ ਭਾਵੈ ਹੈ ਜਦੋਂ ਤੈਨੂੰ ਭਾਉਂਦਾ ਹੈ। ਜਾ ਤੁਧ ਭਾਵੈ ਤਾਂ ਕਰੈ ਬਿਪੂਤਾ, ਸਿੰਘੀ ਨਾਦ ਵਜਾਵੇਂ। ਜਾਂ ਤੁਧ ਭਾਵੈ ਤਾਂ ਪੜ੍ਹੈ ਕਿਤਾਬਾਂ, ਮੁੱਲਾ ਸ਼ੇਖ ਕਹਾਵੇਂ। ਜਾਂ ਤੁਧ ਭਾਵੈ ਤਾਂ ਹੋਵੇਂ ਰਾਜੇ, ਰਸ ਕਸ ਬਹੁਤ ਕਮਾਵੇਂ। ਜਾਂ ਤੁਧ ਭਾਵੈ ਤੇਗ ਵਗਾਵੇਂ, ਸਿਰ ਮੁੰਡੀ ਕਟ ਜਾਵੇਂ। ਜਾਂ ਤੁਧ ਭਾਵੈ ਜਾਹੇ ਦਸੰਤਰ, ਸੁਣ ਗੱਲਾਂ ਘਰ ਆਵੇਂ। ਜਾਂ ਤੁਧ ਭਾਵੈ ਨਾਏ ਰਚਾਵੇਂ, ਤੁਧ ਭਾਣੇ ਤੂੰ ਭਾਵੇਂ। ਨਾਨਕ ਏਕ ਕਹਿ ਬੇਨੰਤੀ, ਹੋਰ ਸਗਲੇ ਕੂੜ ਕਮਾਵੇਂ। ਗੁਰੂ ਨਾਨਕ ਦੇਵ ਫਰਮਾਏ ਤੁਧ ਭਾਵੈ, ਜੋ ਤੈਨੂੰ ਚੰਗਾ ਲੱਗਦਾ ਹੈ। ਭਾਵੈ ਮੈਨੂੰ ਚੰਗਾ ਲੱਗਦਾ, ਜੋ ਤੈਨੂੰ ਚੰਗਾ ਲੱਗਦਾ ਤਾਂ ਵਾਵੇਂ ਗਾਵੇਂ, ਤਾਂ ਲੋਕ ਵਾਜੇ ਵਜਾਉਂਦੇ ਨੇ, ਗਾਉਂਦੇ ਹਨ। ਤੂੰ ਚਾਹੁੰਦਾ ਵੀ ਭਾਈ ਤੂੰ ਵਾਜੇ ਵਜਾ, ਉਹ ਵਾਜੇ ਵਜਾਉਣ ਲੱਗਦੇ। ਤੂੰ ਗਾ ਬਈ, ਉਹ ਗਾਉਣ ਲੱਗਦੇ। ਐਕਚੁਅਲੀ ਅਸੀਂ ਆਪਣੀ ਮਰਜ਼ੀ ਨਾਲ ਕੁਛ ਨਹੀਂ ਕਰ ਰਹੇ, ਦੇਖਣ ਨੂੰ ਆਪਣੀ ਮਰਜ਼ੀ ਕਰ। ਗੁਰਬਾਣੀ ਕਹਿੰਦੇ ਸਭ ਉਹਦੇ ਹੁਕਮ 'ਚ ਚੱਲ ਰਹੇ ਨੇ। ਜਿੱਤ ਜਿੱਤ ਲਾਵੋ ਤਿੱਤ ਤਿੱਤ ਲੱਗਣ। ਜਿਸ ਪਾਸੇ ਪਰਮਾਤਮਾ ਨੇ ਕਿਸੇ ਨੂੰ ਲਾਇਆ ਹੋਇਆ ਹੈ, ਉਸੇ ਪਾਸੇ ਜੀਵ ਲੱਗਾ ਹੋਇਆ ਹੈ। ਫਿਰ ਆਮ ਲੋਕ ਪੁੱਛਦੇ ਨੇ ਵੀ ਅੱਜ ਜਿਹੜੇ ਚੋਰੀਆਂ ਕਰਨ 'ਤੇ ਲੱਗੇ ਨੇ, ਡਾਕੇ ਮਾਰਨ 'ਤੇ ਲੱਗੇ, ਇਹ ਵੀ ਪਰਮਾਤਮਾ ਨੇ ਲਾਏ ਨੇ। ਧਿਆਨ ਦੇਣਾ। ਇੱਕ ਪਾਸੇ ਬਾਣੀ ਕਹਿੰਦੀ ਹੈ ਵੀ ਹੈ ਸੱਚੇ ਪਾਤਸ਼ਾਹ, ਜਿਸ ਜਿਸ ਪਾਸੇ ਤੂੰ ਜੀਵਾਂ ਨੂੰ ਲਾਇਆ ਉਸੇ ਉਸੇ ਪਾਸੇ ਲੱਗੇ ਹੋਏ ਹਨ। ਫਿਰ ਦੂਜੇ ਪਾਸੇ ਪ੍ਰਸ਼ਨ ਉੱਠਦਾ ਵੀ ਜੇ ਪਰਮਾਤਮਾ ਨੇ ਚੋਰੀ ਕਰਨ ਲਾਏ ਨੇ, ਪਰਮਾਤਮਾ ਨੇ ਡਾਕੇ ਮਾਰਨ ਲਈ ਲਾਏ ਨੇ, ਪਰਮਾਤਮਾ ਨੇ ਪੁੱਠੇ ਕੰਮ ਕਰਨ ਲਾਏ ਨੇ, ਅਤੇ ਜੇ ਉਹਨੇ ਲਾਏ ਨੇ ਉਹ ਰੱਬ ਕਾਹਦਾ? ਜੇ ਰੱਬ ਲੋਕਾਂ ਦੇ ਪੁੱਠੇ ਕੰਮ ਕਰਾਉਣਾ ਫਿਰ ਰੱਬ ਕਾਹਦਾ? ਬੰਦਾ ਸ਼ੰਕਾ 'ਚ ਪੈ ਜਾਂਦਾ।
ਜਦੋਂ ਅਸੀਂ ਚੰਗੀ ਤਰ੍ਹਾਂ ਧਰਮ ਦਾ ਅਧਿਐਨ ਕਰਦੇ ਹਾਂ, ਫਿਰ ਸਾਨੂੰ ਸੋਝੀ ਆਉਂਦੀ ਹੈ ਕਿ ਪਰਮਾਤਮਾ ਨੇ ਸਾਡੇ ਪਿਛਲੇ ਜੀਵਨ ਦੇ ਕਰਮ ਦੇਖੇ। ਹੁਣ ਉਹ ਕਰਮਾਂ ਦਾ ਕਰਨਾ ਭੁਗਤਾਨ। ਕਿਸੇ ਦੇ ਕਰਮਾਂ ਦਾ ਭੁਗਤਾਨ ਚੋਰੀ ਕਰਾ ਕੇ ਹੋਣਾ, ਕਿਸੇ ਦਾ ਡਾਕੇ ਮਰਾ ਕੇ ਹੋਣਾ, ਕਿਸੇ ਦਾ ਕੁਛ ਕਰਾ ਕੇ ਹੋਣਾ, ਕਿਸੇ ਦਾ ਕੁਛ ਕਰਾ ਕੇ ਹੋਣਾ। ਉਹ ਕਰਮਾਂ ਦੇ ਅਨੁਸਾਰ ਪਰਮਾਤਮਾ ਨੇ ਕੰਮਾਂ 'ਤੇ ਲਾਇਆ ਹੋਇਆ ਹੈ। ਬੰਦਾ ਜੋ ਕਰਦਾ ਇਹੀ ਭਰਦਾ, ਸਿਰਫ ਪਰਮਾਤਮਾ 'ਤੇ ਲਿਖਦਾ ਹੈ। ਉਹ ਆਪ ਨਹੀਂ ਲਾਂਦਾ ਕਿਸੇ ਨੂੰ ਵੀ ਤੂੰ ਚੋਰੀ ਕਰਨ ਲੱਗ ਜਾ, ਡਾਕੇ ਮਾਰਨ ਲੱਗ ਜਾ। ਉਹ ਤਾਂ ਸਾਡੇ ਕਰਮਾਂ ਨੂੰ ਵੇਖ ਕੇ ਸਾਡੇ ਭਾਗਾਂ 'ਚ ਲਿਖਦਾ, ਚੱਲ ਤੂੰ 10 ਸਾਲ ਚੋਰੀ ਕਰ, ਚੱਲ ਤੂੰ 15 ਸਾਲ ਚੋਰੀ ਕਰ, ਚੱਲ ਤੂੰ ਜੇਲ੍ਹ ਜਾ, ਚੱਲ ਤੂੰ ਐ ਫਾਂਸੀ ਚੜ੍ਹ। ਉਹ ਫਿਰ ਉਸੇ ਦਿਨ ਦੀ ਬਿੱਧ ਬਣ ਜਾਂਦੀ ਹੈ। ਇਸ ਲਈ ਪਰਮਾਤਮਾ ਤੇ ਸਿਰਫ ਸਾਡੇ ਕਰਮਾਂ ਅਨੁਸਾਰ ਸਾਡੀ ਕਿਸਮਤ ਲਿਖਦਾ। ਅਸੀਂ ਆਪਣੀ ਕਿਸਮਤ ਆਪ ਬਣਾਈ। ਜੋ ਅਸੀਂ ਇਸ ਵੇਲੇ ਭੋਗ ਰਹੇ ਹਾਂ, ਇਹ ਕਿਸੇ ਨੇ ਸਾਡੀ ਕਿਸਮਤ ਨਹੀਂ ਬਣਾਈ। ਪਰਮਾਤਮਾ ਨੇ ਤਾਂ ਸਿਰਫ ਲਿਖੀ ਹੈ। ਪਰਮਾਤਮਾ ਨੇ ਸਿਰਫ ਲਿਖੀ ਹੈ, ਉਹਨੇ ਸਾਡੀ ਕਿਸਮਤ ਬਣਾਈ ਨਹੀਂ ਹੈ। ਜੋ ਸਾਡੀ ਕਿਸਮਤ ਬਣਾਉਂਦਾ, ਉਹਨੂੰ ਕੀ ਲੋੜ ਹੈ ਸਾਡੀ ਮਾੜੀ ਕਿਸਮਤ ਬਣਾਉਣ ਦਾ ਜੀ? ਉਹ ਤਾਂ ਲਿਖਦਾ ਹੈ ਵੀ ਸੱਜਣਾ ਤੂੰ ਆਹ ਕੰਮ ਕੀਤੇ, ਚੱਲ ਹੁਣ ਭੋਗ, ਹੁਣ ਭੋਗ। ਉਹੇ ਜੀ ਸਾਡੀ ਕਿਸਮਤ ਲਿਖ ਦਿੱਤੀ ਜਾਂਦੀ ਹੈ। ਫਿਰ ਜਿਹੋ ਜਿਹੀ ਕਿਸਮਤ ਲਿਖੀ ਹੁੰਦੀ ਹੈ, ਉਹੋ ਜਿਹੀ ਸਾਡਾ ਸੁਭਾਅ, ਉਹੋ ਜਿਹੇ ਸਾਡੇ ਕਰਮ ਹੋ ਜਾਂਦੇ ਹਨ। ਇਹੀ ਕਾਰਨ ਹੈ ਸਕੇ ਭਰਾ ਨੇ ਅੱਡ ਅੱਡ ਸੁਭਾਅ ਨੇ, ਅੱਡ ਅੱਡ ਕਰਮ ਨੇ। ਕਿਉਂ ਨੇ? ਕਿਉਂਕਿ ਪਿਛਲੇ ਜਨਮ 'ਚ ਕੋਈ ਕਿਸੇ ਪਰਿਵਾਰ 'ਚੋਂ ਆਇਆ, ਕੋਈ ਕਿਸੇ ਪਰਿਵਾਰ 'ਚੋਂ ਆਇਆ, ਕੋਈ ਕਿਸੇ ਪਰਿਵਾਰ 'ਚੋਂ ਆਇਆ। ਕਿਤੇ ਕੋਈ ਸੁਭਾਅ ਸੀ, ਕਿਤੇ ਕੋਈ ਸੁਭਾਅ ਸੀ, ਕਿਤੇ ਕੋਈ ਸੁਭਾਅ ਸੀ। ਸੰਜੋਗਾਂ ਕਾਰਨ ਉਹ ਇਕੱਠੇ ਹੋ ਗਏ, ਸੁਭਾਅ ਆਪਣੇ ਆਪਣੇ ਹੀ ਰਹੇ। ਚਾਹੇ ਸਕੇ ਭਰਾ ਹੋਣ, ਭੈਣ ਭਰਾ ਹੋਣ, ਈਵਨ ਹਸਬੈਂਡ ਵਾਈਫ ਨੇ, ਅੱਡ ਅੱਡ ਕਿਸਮਤ ਹੈ। ਪਤਨੀ ਆਪਣੀ ਕਿਸਮਤ ਲਿਖਾ ਕੇ ਲੈ, ਪਤੀ ਆਪਣੀ ਲਿਖਾ ਕੇ, ਪੁੱਤਰ ਆਪਣੀ ਲਿਖਾ ਕੇ ਲੈ, ਧੀ ਆਪਣੀ ਲਿਖਾ ਕੇ ਲੈ। ਉਹ ਫਿਰ ਕਿਸਮਤ ਭੋਗਦੇ ਰਹਿੰਦੇ ਨੇ। ਸਾਨੂੰ ਨਾ ਗਿਆਨ ਹੋਣ ਕਰਕੇ ਅਸੀਂ ਦੂਜਿਆਂ ਨੂੰ ਦੋਸ਼ ਦਿੰਦੇ ਰਹਿੰਦੇ। ਗੁਰਬਾਣੀ ਕਹਿੰਦੀ ਦੱਦੈ ਦੋਸ਼ ਨਾ ਦੇਊਂ ਕਿਸੇ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਨ। ਕਹਿੰਦੇ ਤੇ ਆਪਣੇ ਕਰਮਾਂ ਦੇ ਪਏ, ਕਰਮ ਐਸੇ ਕੀਤੇ ਸੀ, ਹੁਣ ਦੁੱਖ ਭੋਗ ਰਿਹਾ। ਤਾਂ ਕਿ 100 ਵੇ ਜੀਆ ਆਪਣਾ ਕੀਆ। ਪਿਛਲੀ ਵਾਰੀ ਮੰਨ ਲਓ ਮੈਂ ਨੂੰਹ ਸੀ, ਸੱਸ ਨੂੰ ਤੰਗ ਕਰਦੀ ਰਹਿੰਦੀ ਸੀ, ਠੀਕ ਹੈ। ਪਰ ਐਤਕੀ ਸੱਸ ਨੂੰਹ ਬਣ ਗਈ ਹੈ, ਅਤੇ ਮੈਂ ਫਿਰ ਆ ਜਾ ਵੀ ਜਾਂਦਾ ਕਿੱਥੇ ਭੋਗ। ਹੁਣ ਤੂੰ ਪਿਛਲੇ ਜਨਮ ਮੈਨੂੰ ਤੰਗ ਕੀਤਾ, ਹੁਣ ਮੈਂ ਤੈਨੂੰ ਤੰਗ ਕਰੂੰ। ਆਹ ਸਿਲਸਿਲਾ ਚੱਲਦਾ ਰਹਿੰਦਾ ਬਸ। ਇਸ ਤਰ੍ਹਾਂ ਸਿਲਸਿਲਾ ਚੱਲਦਾ ਰਹਿੰਦਾ ਹੈ। ਜਿੰਨਾ ਚਿਰ ਅਸੀਂ ਨਾਮ ਜਪ ਕੇ, ਬਾਣੀ ਪੜ੍ਹ ਕੇ ਆਪਣੇ ਕਰਮਾਂ ਨੂੰ ਠੀਕ ਨਹੀਂ ਕਰਦੇ। ਹੁਣ ਸਵਾਲ ਹੁੰਦਾ, ਇਹ ਨਾਮ ਵੀ ਉਹੀ ਜਪੂ, ਬਾਣੀ ਵੀ ਉਹੀ ਪੜ੍ਹੂ ਜਿਹੜਾ ਲਿਖਾ ਕੇ ਲਿਆ, ਦੂਜਾ ਨਹੀਂ ਪੜ੍ਹਦਾ। ਜਿਹੜਾ ਮਰਜ਼ੀ ਜ਼ੋਰ ਲਾ ਲਓ ਤੁਸੀਂ, ਦੂਜਾ ਨਹੀਂ ਪੜ੍ਹਦਾ। ਇਹ ਬਾਣੀ ਵੀ ਉਹੀ ਪੜ੍ਹਦਾ, ਨਾਮ ਵੀ ਉਹੀ ਜਪਦਾ ਜਿਹੜਾ ਲਿਖਾ ਕੇ ਲਿਆ। ਦੂਜੇ ਦਾ ਮਨ ਹੀ ਨਹੀਂ ਕਰਦਾ, ਕਹੀ ਜਾ ਭਾਵੇਂ, ਦੂਜੇ ਦਾ ਮਨ ਹੀ ਨਹੀਂ ਕਰਦਾ। ਗੰਗਾ ਵਗਦੀ ਹੈ ਕੋਲੋਂ, ਕੋਲੋਂ ਗੰਗਾ ਲੰਘਦੀ, ਹਰ ਇੱਕ ਨਹੀਂ ਨਹਾਉਂਦਾ ਉੱਥੇ, ਹਰ ਇੱਕ ਨਹੀਂ ਨਹਾਉਂਦਾ। ਮੇਰੇ ਵੱਲ ਕਹਿੰਦਾ ਕਿਹੜਾ ਗੰਦੇ ਪਾਣੀ 'ਚ ਨਹਾਊਗਾ। ਆਹ ਦੇਖੋ ਮੁਰਦੇ ਰੁੜੇ ਆ ਰਹੇ ਨੇ, ਆਹ ਕੱਪੜੇ ਰੁੜੇ ਆ ਰਹੇ ਨੇ, ਆਹ ਇਹਦੇ ਪਸ਼ੂ ਰੁੜੇ ਆ ਰਹੇ ਨੇ। ਆਹ ਦੇਖੋ ਜਿਹੜਾ ਹੈ ਆਹ ਕਰੋਨਾ ਨਾਲ ਮਰ ਗਏ, ਉਹ ਰੁੜੇ ਆ ਰਹੇ ਨੇ। ਉਹਨਾਂ ਦਾ ਜੇ ਮੈਂ ਪਾਣੀ ਪੀਵਾਂਗਾ ਜਾਂ ਉਸ ਨਹਾਵਾਂਗਾ, ਫਿਰ ਮੈਨੂੰ ਮੁਸੀਬਤ ਕੋਈ ਨਾ ਕੋਈ ਖੜੀ ਹੋਵੇਗੀ। ਜੇ ਮੇਰੇ ਪਾਗੇ ਨੇ ਲਿਖਿਆ ਐਂ ਮਨ ਚਾਹੀਏ। ਗੰਗਾ ਦੇ ਕੰਢੇ 'ਤੇ ਖਲੋ ਕੇ, ਹਰਿਦੁਆਰ ਦੀ ਪੌੜੀ 'ਤੇ ਖਲੋ ਕੇ ਵੀ ਨਹੀਂ ਨਹਾਵਾਂਗਾ, ਚੁੱਲ੍ਹੀ ਵੀ ਨਹੀਂ ਭਰਾਂਗਾ। ਕਿਉਂ? ਜਦੋਂ ਚੁੱਲ੍ਹੀ ਪਰ ਲਿਖਿਆ ਉਹ ਇਸ ਤਾਂ ਦੇਖੋ ਆ ਯੂਪੀ ਵਾਲਿਆਂ ਨੇ ਸੈਂਕੜਿਆਂ ਦੀ ਤਾਦਾਦ 'ਚ ਮੁਰਦੇ ਜਲ ਪ੍ਰਵਾਹ ਕਰਤੇ ਨੇ, ਔਰ ਉਹ ਵੀ ਕਰੋਨਾ ਵਾਲੇ। ਤਾਂ ਪਾਣੀ 'ਤੇ ਅਸਰ ਤਾਂ ਹੋਏਗਾ ਹੀ ਹੋਏਗਾ। ਉਹ ਨਹੀਂ ਹੋਏਗਾ, ਮੈਂ ਨਹੀਂ ਚੁੱਲ੍ਹੀ ਵੀ ਨਹੀਂ ਭਰਾਂਗਾ। ਜਿਵੇਂ ਮੇਰੇ ਪਾਗੇ ਸਰੋਵਰ 'ਚ ਨਹਾਉਣੇ ਨਹੀਂ ਲਿਖਿਆ ਹੋਇਆ, ਮੈਂ ਨਹਾਉਂਦਾ ਹੀ ਨਹੀਂ। ਇੱਕ ਦੋ ਵਾਰੀ ਮੈਂ ਤਜਰਬਾ ਕਰਕੇ ਦੇਖਿਆ, ਮੈਨੂੰ ਇੱਛਾ ਲੱਗਦੀ, ਜ਼ੁਕਾਮ ਲੱਗਦਾ, ਫਿਰ ਉਹ ਐਂਟੀ ਐਲਰਜੀ ਗੋਲੀਆਂ ਖਾ ਫਿਰ ਮੈਂ ਕਹਿੰਦਾ ਛੱਡੋ ਜੀ। ਗਿਆ ਸੀ ਨਹਾ ਕੇ, ਮੈਂ ਤੰਦਰੁਸਤ ਹੋਵਾਂਗਾ, ਇਹ ਤਾਂ ਮੈਂ ਉਲਟਾ ਬਿਮਾਰ ਹੋ ਗਿਆ।
ਮੈਂ ਤੁਹਾਨੂੰ ਨਹੀਂ ਕਹਿੰਦਾ ਕਿ ਤੁਸੀਂ ਨਾ ਨਹਾਓ, ਮੈਂ ਆਪਣੀ ਉਦਾਹਰਨ ਦੇ ਰਿਹਾ। ਕਿਤੇ ਕਹੋ ਜੀ ਹਾਂ ਸਾਨੂੰ ਨਾਸਤਿਕ ਬਣਾ ਰਿਹਾ, ਨਹਾਉਣ ਤੋਂ ਹਟਾਉਂਦਾ। ਸੋ ਗੁਰੂ ਮਹਾਰਾਜ ਕਹਿੰਦੇ ਤੁਧ ਭਾਵੈ ਤਾਂ ਵਾਵੇਂ ਗਾਵੇਂ। ਜਦੋਂ ਤੈਨੂੰ ਹੀ ਚੰਗਾ ਲੱਗਦਾ ਤੇ ਲੋਕ ਵਾਜੇ ਵਜਾਉਂਦੇ ਹਨ, ਕੋਈ ਗਾਉਂਦੇ ਹਨ। ਤੁਧ ਭਾਵੈ ਜਲ ਨਹਾਵੇਂ। ਅਤੇ ਕਈ ਜਿਹੜੇ ਤੈਨੂੰ ਚੰਗੇ ਭਾਉਂਦੇ ਨੇ ਉਹ ਸਰੋਵਰਾਂ 'ਤੇ ਜਾ ਕੇ, ਤੀਰਥ ਸਥਾਨਾਂ 'ਤੇ ਜਾ ਕੇ ਇਸ਼ਨਾਨ ਕਰਦੇ ਨੇ। ਜਾਂ ਤੁਧ ਭਾਵੈ ਤਾਂ ਕਰੈ ਵਿਭੂਤਾ। ਜਦੋਂ ਤੈਨੂੰ ਭਾਉਂਦਾ ਤਾਂ ਉਹ ਸਰੀਰ 'ਤੇ ਸੁਆਹ ਮਲਦੇ ਨੇ, ਤਾਂ ਉਹ ਸਰੀਰ 'ਤੇ ਸੁਆਹ ਮਲਦੇ ਨੇ। ਸਿੰਗੀ ਨਾਦ ਵਜਾਵੇਂ। ਅਤੇ ਜਿਹੜੇ ਯੋਗੀ ਹੁੰਦੇ ਨੇ ਇਹਨਾਂ ਕੋਲ ਸਿੰਗੀ ਹੁੰਦੀ ਹੈ, ਉਹ ਵਜਾਉਂਦੇ ਨੇ। ਜਦੋਂ ਗਲੀਆਂ 'ਚ ਨਾ ਆਪਾਂ ਨੂੰ ਪਤਾ ਲੱਗਦਾ ਜੋਗੀ ਆ ਗਏ। ਉਹਨਾਂ ਕੋਲ ਗਾਂ ਹੋਣੀ ਹੈ, ਰੰਗਦਾਰ ਸਿੰਗਾਂ ਵਾਲੀ, ਮੰਗਣ ਦਾ ਢੰਗ ਹੈ। ਉਹਨਾਂ ਦੇ ਨਾਦ ਤੋਂ, ਸਿੰਗੀ ਦੀ ਆਵਾਜ਼ ਤੋਂ ਸਾਨੂੰ ਪਤਾ ਲੱਗ ਜਾਂਦਾ ਹੈ। ਸੋ ਕਈਆਂ ਪਰਮਾਤਮਾ ਕਈਆਂ ਤੋਂ ਇਹ ਸਿੰਗੀਆਂ ਵਜਵਾਉਂਦਾ ਹੈ, ਕਈਆਂ ਤੋਂ ਸਵਾਹ ਮਤਲਬ ਵਿਭੂਤ ਸਵਾਹ ਨੂੰ ਕਹਿੰਦੇ, ਕਈ ਸਵਾਹ ਮਿਲਦੇ ਨੇ। ਜਾਂ ਤੁਧ ਭਾਵੈ ਤਾਂ ਪੜ੍ਹੈ ਕਿਤਾਬਾਂ। ਜੋ ਤੈਨੂੰ ਚੰਗਾ ਲੱਗਦਾ ਤਾਂ ਕਈ ਧਾਰਮਿਕ ਪੁਸਤਕਾਂ ਪੜ੍ਹਦੇ ਨੇ। ਮੁੱਲਾ ਸ਼ੇਖ ਕਹਾਵੇਂ। ਕੋਈ ਆਪਣੇ ਮੁੱਲਾ ਕਹਾਉਂਦਾ ਹੈ, ਕੋਈ ਸ਼ੇਖ ਕਹਾਉਂਦਾ। ਜਾਂ ਤੁਧ ਭਾਵੈ ਤਾਂ ਹੋਵੇਂ ਰਾਜੇ। ਜੋ ਤੈਨੂੰ ਚੰਗਾ ਲੱਗਦਾ ਕਈ ਰਾਜੇ ਬਣ ਜਾਂਦੇ ਨੇ, ਕਈ ਰਾਜੇ ਬਣ ਜਾਂਦੇ। ਰਸ ਕਸ ਬਹੁਤ ਕਮਾਵੇਂ। ਰਸ ਕਸ ਬਹੁਤ ਸਵਾਦਲੇ ਭੋਜਨ ਖਾਂਦੇ ਨੇ, ਬਹੁਤ ਕਾਸੇ ਦੀ ਉਹ ਕਮਾਈ ਕਰਦੇ। ਜਾਂ ਤੁਧ ਭਾਵੈ ਤੇਗ ਬਾਵੇਂ। ਜਦ ਤੈਨੂੰ ਚੰਗਾ ਲੱਗਦਾ ਉਹ ਤਲਵਾਰਾਂ ਚਲਾਉਣ ਲੱਗ ਜਾਂਦੇ ਨੇ, ਭਾਵ ਯੁੱਧ ਦੇ ਵਿੱਚ ਤੇਗਾ ਚਲਾਉਂਦੇ ਨੇ। ਸਿਰ ਮੁੰਡੀ ਕੱਟ ਜਾਵੇਂ। ਮੁੰਡੀ ਧੌਣ ਨੂੰ ਕਹਿੰਦੇ ਹਿੰਦੀ 'ਚ, ਆਪਾਂ ਧੌਣ ਕਹਿੰਦੇ ਹਾਂ, ਹਿੰਦੀ 'ਚ ਮੁੰਡੀ ਕਹਿੰਦੇ ਨੇ। ਸਿਰ ਮੁੰਡੀ ਕੱਟ ਜਾਵੇਂ, ਭਾਵ ਧੌਣ ਤੋਂ ਦਾ ਸਿਰ ਵੱਢਿਆ ਜਾਂਦਾ। ਜਾਂ ਤੁਧ ਭਾਵੈ ਜਾਹੇ ਦਸੰਤਰ। ਜਦੋਂ ਤੈਨੂੰ ਭਾਉਂਦਾ ਉਹ ਪ੍ਰਦੇਸ਼ਾਂ ਨੂੰ ਚਲੇ ਜਾਂਦਾ, ਉਹ ਪ੍ਰਦੇਸ਼ਾਂ ਨੂੰ ਚਲੇ ਜਾਂਦਾ। ਦਸੰਤਰ ਹੁੰਦਾ ਦੇਸ਼ ਅੰਤਰ, ਇੱਕ ਦੇਸ਼ ਤੋਂ ਦੂਜੇ ਦੇਸ਼। ਦੇਸ਼ਾਂਤਰ ਵੀ ਗੁਰਬਾਣੀ 'ਚ ਕਈ ਵਾਰੀ ਆਉਂਦਾ। ਜਾਂ ਤੁਧ ਭਾਵੈ ਜਾਹੇ ਦਸੰਤਰ। ਸੁਣ ਗੱਲਾਂ ਘਰਾਂ ਮੈਂ। ਉੱਥੋਂ ਦੀਆਂ ਗੱਲਾਂ ਸੁਣ ਕੇ ਫਿਰ ਵਾਪਸ ਆ ਜਾਂਦੇ ਨੇ। ਫਿਰ ਆ ਕੇ ਤਾਂ ਮੈਂ ਅਸੀਂ ਆਹ ਸੁਣਿਆ ਜੀ, ਆਹ ਉੱਥੇ ਦੇਖਿਆ ਜੀ, ਇਸ ਤਰ੍ਹਾਂ ਕਰਦੇ ਨੇ। ਉਹਦਾ ਹੁਕਮ ਹੁੰਦਾ ਇਹ ਤਾਂ ਪ੍ਰਦੇਸ਼ 'ਚ ਜਾਂਦੇ ਨੇ। ਕਿਉਂ ਉਹਨੇ ਦਾਣਾ ਪਾਣੀ ਲਿਖ ਦਿੰਦਾ ਪਰਮਾਤਮਾ। ਆਪਣੇ ਹੁਕਮ ਨੂੰ ਚਲਾਉਣ ਲਈ, ਹੁਕਮ ਨਿਭਾਉਣ ਲਈ ਉਹਨਾਂ ਦਾ ਦਾਣਾ ਪਾਣੀ ਲਿਖ ਦਿੰਦਾ ਪ੍ਰਦੇਸ਼ਾਂ ਦਾ। ਫਿਰ ਉਹਦੇ ਮਨ 'ਚ ਆ ਜਾਂਦਾ ਮੈਂ ਫਲਾਣੇ ਦੇਸ਼ ਜਾਣਾ, ਉੱਥੇ ਹੀ ਜਾਣਾ, ਉੱਥੇ ਹੀ ਜਾਣਾ, ਉੱਥੇ ਹੀ ਜਾਣਾ। ਕਿਉਂਕਿ ਉਹਨੇ ਜਾਣਾ ਹੈ ਇਸ ਲਈ ਲੱਗੇ ਰਹਿੰਦੇ ਨੇ, ਇਸ ਲਈ ਲੱਗੇ ਰਹਿੰਦੇ ਨੇ। ਅਤੇ ਫਿਰ ਇੱਕ ਨਾ ਇੱਕ ਦਿਨ ਸਿੱਧੇ ਜਿਹੇ ਪੁੱਠੇ ਤਰੀਕੇ ਨਾਲ ਚਲੇ ਜਾਂਦੇ ਹਨ। ਕਈ ਨੇ ਲਿਖਿਆ ਤੇਰੇ ਫਲਾਣੇ ਦੇਸ਼ ਜਾ ਕੇ ਜੇਲ੍ਹ ਹੋਵੇਗੀ, ਲਿਖਿਆ ਬਸ ਜਾਂਦਾ ਉੱਥੇ। ਇੱਕ ਕੁੜੀ ਨੂੰ ਮੈਂ ਕਿਹਾ ਤੈਨੂੰ ਅਮਰੀਕਾ ਜਾ ਕੇ ਜੇਲ੍ਹ ਹੋ ਜਾਣੀ, ਕਿ ਮੈਨੂੰ ਪਤਾ ਹੈ ਜੀ। ਮੈਂ ਵਾਹ, ਇਹ ਤਾਂ ਮੇਰੇ ਤੋਂ ਵੀ ਐਡਵਾਂਸ ਹੈ। ਮੈਂ ਤੈਨੂੰ ਕਿਵੇਂ ਪਤਾ ਹੈ? ਕਹਿੰਦਾ ਮੈਨੂੰ ਨਾ ਉਹਨੇ ਦੱਸਿਆ। ਆਖਿਰ ਜਿਹੜੇ ਭੇਜਦੇ ਨੇ ਏਜੰਟ ਨੇ। ਮੈਂ ਕਿਉਂ? ਮੈਂ ਇੱਕਦਮ ਸਮਝ ਗਿਆ ਵੀ ਇਹ ਇਲੀਗਲ ਜਾ ਰਹੀ ਹੈ। ਮੈਂ ਤੂੰ ਇਲੀਗਲ ਜਾ ਰਹੀ ਗਲਤ ਤਰੀਕੇ ਨਾਲ? ਹਾਂਜੀ ਕਹਿੰਦੇ। ਮੈਂ ਮੇਰੀ ਗੱਲ ਸੁਣ, ਤੂੰ ਹੈ ਕੁਆਰੀ ਕੁੜੀ, ਪਰਦੇਸ ਹੈ, ਤੇਰਾ ਕੁਛ ਜਾਣੂ ਹੈ ਕਿ ਨਹੀਂ ਜੀ? ਮੈਂ ਫਿਰ ਕਿੰਨਾ ਔਖਾ ਹੈ। ਮੁੰਡਾ ਹੋਵੇ ਹੋਰ ਗੱਲ ਹੈ, ਕੁਆਰੀ ਕੁੜੀ ਹੈ, ਤੂੰ ਪ੍ਰਦੇਸ਼ 'ਚ ਜਾਣਾ ਹੈ, ਫਿਰ ਤੈਨੂੰ ਜੇਲ੍ਹ ਹੋ ਜਾਣੀ ਹੈ ਜੀ। ਪੌਣੇ 2 ਸਾਲ ਹੋਏ, ਜ਼ਮਾਨਤ ਨਹੀਂ ਅਜੇ ਤੱਕ ਹੋਈ, ਬੈਠੀ ਰਹਿ ਜੇਲ੍ਹ। ਇਹੋ ਜਿਹੇ ਮਾਂ ਪਿਓ ਅਤੇ ਇਹੋ ਜਿਹੇ ਜਾਣ ਵਾਲੇ। ਨਾ ਮਾਂ ਪਿਓ 'ਚ ਅਕਲ ਪਈ, ਤੂੰ ਕੁਆਰੀ ਅਸੀਂ ਤੈਨੂੰ ਭੇਜਦੇ। ਹਾਂ ਆਈਲੈਟਸ ਕਰ ਲੈ, ਉਸੇ ਤੈਨੂੰ ਕੋਈ ਮੁੰਡਾ ਲੱਭ ਲਾਂਗੇ, ਤੈਨੂੰ ਭੇਜ ਦੇ। ਕਈ ਗਰੀਬ ਪਰਿਵਾਰ ਹੁੰਦੇ ਨੇ, ਉਹਨਾਂ ਦੇ ਬੱਚੇ ਪੜ੍ਹਾਈ 'ਚ ਹੁਸ਼ਿਆਰ ਹੁੰਦੇ ਨੇ, ਉਹ ਕਹਿੰਦੇ ਭਾਈ ਤੂੰ ਆਈਲੈਟਸ ਕਰ ਲੈ, ਕੁੜੀ ਨੂੰ ਕਹਿੰਦੇ ਨੇ। ਕੋਈ ਨਾ ਕੋਈ ਮੁੰਡੇ ਨਲਾਇਕ ਹੁੰਦੇ ਕੁੜੀਆਂ ਨਾਲੋਂ ਪੜ੍ਹਾਈ 'ਚ ਮੁੰਡੇ ਨਲਾਇਕ ਹੁੰਦੇ ਨੇ। ਮੈਂ 37 ਸਾਲ ਪੜ੍ਹਾਇਆ, ਨਲਾਇਕ ਹੁੰਦੇ ਕੁੜੀਆਂ ਨਾਲੋਂ।
ਉਹ ਕੁੜੀਆਂ 6 ਬੈਂਡ ਲੈ ਜਾਂਦੀਆਂ। ਇੱਕ ਮੇਰੇ ਕੋਲ ਆ ਗਿਆ, ਉਹਨੇ B.Tech ਕੀਤੀ ਹੋਈ। ਜੇ ਕੋਈ ਨਾ ਕੁੜੀ ਮਿਲ ਜਾਏ IELTS ਵਾਲੀ, ਮੈਂ ਤੂੰ ਕਿੰਨਾ ਪੜ੍ਹਿਆ? ਕਹਿੰਦਾ ਮੈਂ B.Tech ਕੀਤੀ। ਮੈਂ ਤੂੰ ਕਰ ਲੈ ਕਿ ਮੈਂ 3 ਵਾਰੀ ਜ਼ੋਰ ਲਾ ਲਿਆ, ਜੇ ਆਉਂਦੇ ਹੀ ਨਹੀਂ 6.5 ਬੈਂਡ। ਫਿਰ ਮੈਂ ਇਸ ਨਤੀਜੇ 'ਤੇ ਪਹੁੰਚਿਆ ਵੀ ਤੁਸੀਂ ਵਾਕਈ ਹੁਣ ਗੁਲਾਮ ਹੋ ਜਾਓਗੇ ਛੇਤੀ ਹੀ। ਉਹ ਤੁਹਾਨੂੰ ਲੈ ਕੇ ਜਾਏਗਾ, ਚੱਲ ਚੱਲ ਤੈਨੂੰ ਕੀ ਆਉਂਦਾ, ਮੈਂ ਤੈਨੂੰ ਲੈ ਕੇ ਆਈ ਹਾਂ, ਚੱਲ ਰੋਟੀਆਂ ਪਕਾ, ਝਾੜੂ ਫੇਰ, ਮੈਂ ਲਾ ਲੈਣਾ ਤੁਹਾਨੂੰ ਕੰਮ। ਉਹ ਤੁਹਾਡੇ ਰਿਹਾ ਕਰਨਾ ਕੰਮ ਵੀ ਮੈਂ ਕੋਈ ਨਹੀਂ, ਮੈਂ ਜਾ ਡਿਊਟੀ ਜਾ ਰਹੀ ਤੂੰ ਮੇਰੇ ਉਹਦੇ ਰੋਟੀ ਪਕਾ ਕੇ ਰੱਖੀ। ਸੋ ਇਸ ਕਰਕੇ ਪਰਮਾਤਮਾ ਫਿਰ ਇਹੋ ਜਿਹਾ ਦਾ ਦਾਣਾ ਪਾਣੀ ਉਸ ਪ੍ਰਕਾਰ ਦੇ ਲਿਖ ਦਿੰਦਾ ਜਿਵੇਂ ਉਹਦੇ ਨਾਲ ਬੀਤਣੀ ਹੁੰਦੀ ਹੈ। ਫਿਰ ਜਾਂ ਤੁਧ ਭਾਵੈ ਜਾਹੇ ਦਸੰਤਰ, ਸੁਣ ਗੱਲਾਂ ਕਰ ਆਵੇਂ, ਜਾਂ ਤੁਧ ਭਾਵੈ ਨਾਏ ਰਚਾਵੇਂ। ਜਦ ਤੈਨੂੰ ਚੰਗਾ ਲੱਗਦਾ ਇਹਨੂੰ ਨਾਮ ਜਪਣ ਲਾ ਦਿੰਦਾ, ਇਹਨੂੰ ਨਾਮ ਵਾਲੇ ਪਾਸੇ ਲਾ ਦਿੰਦਾ ਹੈ। ਤੁਧ ਭਾਣੇ ਤੂੰ ਭਾਵੇਂ, ਜਿਹੜੇ ਤੇਰੇ ਭਾਣੇ 'ਚ ਰਹਿੰਦੇ ਨੇ ਉਹ ਤੈਨੂੰ ਚੰਗੇ ਲੱਗਦੇ ਨੇ। ਪਰਮਾਤਮਾ ਨੂੰ ਉਹ ਬੰਦੇ ਚੰਗੇ ਲੱਗਦੇ ਜਿਹੜੇ ਉਹਦੇ ਭਾਣੇ 'ਚ ਰਹਿੰਦੇ ਨੇ, ਉਹਦੀ ਰਜ਼ਾ 'ਚ ਰਹਿੰਦੇ ਨੇ। ਉਹਦੀ ਰਜ਼ਾ 'ਚ ਰਹਿਣਾ ਬਹੁਤ ਮੁਸ਼ਕਿਲ ਹੈ। ਪਹਿਲਾਂ ਤਾਂ ਸਾਨੂੰ ਸਮਝ ਹੀ ਨਹੀਂ ਸਾਰੀ ਉਮਰ ਹੁੰਦੀ ਕਿ ਉਹਦੀ ਰਜ਼ਾ ਕੀ ਹੈ। ਇੱਕ ਕਹਿੰਦਾ ਜੀ ਜੇ ਤੁਹਾਡੇ ਕੋਈ ਥੱਪੜ ਮਾਰੇ ਬੰਦਾ, ਫਿਰ ਤੁਸੀਂ ਕੀ ਕਰੋਗੇ? ਕਹਿੰਦਾ ਉਹਦੀ ਰਜ਼ਾ 'ਚ ਰਹਿਣਾ ਵੀ ਠੀਕ ਹੈ, ਇਹਨੂੰ ਮੈਂ ਪਿਛਲੇ ਜਨਮ ਥੱਪੜ ਮਾਰੇ ਹੋਣੇ ਤਾਂ ਇਹਨੇ ਮੇਰੇ ਬਾਰੇ, ਫਿਰ ਕਹ ਦੂਜੀ ਗੱਲ ਵੀ ਕਰ ਦਿਓ, ਉੱਧਰ ਵੀ ਲਾ ਦੇਗਾ। ਦੇਖੋ ਜਦੋਂ ਆਪਾਂ ਇਸ ਤਰ੍ਹਾਂ ਗੱਲ ਕਰਦੇ ਅਗਲੇ ਮਨ 'ਚ ਪ੍ਰਸ਼ਨ ਤਾਂ ਆਉਂਦਾ ਹੀ ਹੈ ਵੀ ਉਹਦੀ ਰਜ਼ਾ 'ਚ ਰਹਿਣ ਦਾ ਕਿਆ ਮਤਲਬ ਹੈ। ਇਹ ਨਹੀਂ ਸਮਝ ਆਉਂਦੀ, ਇਹ ਬ੍ਰਹਮ ਗਿਆਨੀ ਨੂੰ ਹੀ ਸਮਝ ਆਉਂਦੀ। ਜੇ ਉਹਦੀ ਰਜ਼ਾ 'ਚ ਹੀ ਰਹਿਣਾ, ਜਿਵੇਂ ਪੰਚਮ ਪਾਤਸ਼ਾਹ ਰਹੇ, ਫਿਰ 6ਵੇਂ ਪਾਤਸ਼ਾਹ ਦੀ ਰਜ਼ਾ 'ਚ ਨਹੀਂ ਰਹੇ, ਉਹਨਾਂ ਹਥਿਆਰ ਚੱਕ ਲਏ ਵੀ ਕੋਈ ਮੈਂ ਦੱਸਦਾ ਤੁਹਾਨੂੰ। 9ਵੇਂ ਪਾਤਸ਼ਾਹ ਦੀ ਰਜ਼ਾ 'ਚ ਰਹੇ, 10ਵੇਂ ਪਾਤਸ਼ਾਹ ਕੋਈ ਨਹੀਂ ਕਰਦਾ ਮੈਂ ਤੁਹਾਨੂੰ ਠੀਕ। ਭਾਵੇਂ ਧਰਮ ਕਹਿੰਦਾ ਪਰਮਾਤਮਾ ਦੀ ਰਜ਼ਾ ਅਨੁਸਾਰ ਹੀ ਉਹਨਾਂ ਨੇ ਹਥਿਆਰ ਚੱਕੇ। ਪਰਮਾਤਮਾ ਦਾ ਹੁਕਮ ਹੋ ਗਿਆ ਕਿ ਤੂੰ ਹਥਿਆਰਬੰਦ ਹੋਣਾ, ਉਹ ਹੋ ਗਏ। ਇਸ ਲਈ ਮੈਂ ਦੇਖਿਆ ਇਹ ਰਜ਼ਾ ਦੀ ਬ੍ਰਹਮ ਗਿਆਨ ਤੋਂ ਬਿਨਾਂ ਐਕਚੁਅਲੀ ਸਮਝ ਹੀ ਨਹੀਂ ਆਉਂਦੀ ਵੀ ਰੱਬ ਦੀ ਕੀ ਰਜ਼ਾ ਹੈ। ਇਹ ਤਾਂ ਜਿਨ੍ਹਾਂ ਨੂੰ ਸਮਝ ਹੈ ਬਸ ਉਹੀ ਰਹਿ ਸਕਦੇ ਨੇ, ਅਸੀਂ ਉਹਦੀ ਰਜ਼ਾ 'ਚ ਨਹੀਂ ਰਹਿ ਸਕਦੇ। ਸਾਨੂੰ ਕੋਈ ਤੱਤੀ ਤਵੀ 'ਤੇ ਬਿਠਾਉਣਾ ਸੀ ਕਰ ਨਾ ਭਰਾਵਾ, ਜੋ ਕਹਿਣਾ ਉਹ ਕਰ ਦਿਆਂਗੇ, ਹਾਂ ਨਾ ਗਾ, ਡਰ ਜਾਗੇ ਨਾ। ਉਹਦੀ ਰਜ਼ਾ 'ਚ ਰਹਿਣਾ ਹਰ ਇੱਕ ਦੇ ਵੱਸ ਦਾ ਰੋਗ ਨਹੀਂ। ਪਹਿਲਾਂ ਤਾਂ ਸਮਝ ਹੀ ਨਹੀਂ ਆਉਂਦੀ ਅਤੇ ਫਿਰ ਉਹਦੀ ਰਜ਼ਾ 'ਚ ਰਹਿਣਾ ਬਹੁਤ ਮੁਸ਼ਕਿਲ ਹੁੰਦਾ ਹੈ। ਪਰ ਗੁਰੂ ਮਹਾਰਾਜ ਕਹਿੰਦੇ ਤੁਧ ਭਾਣੇ ਸੋ ਭਾਵੇਂ, ਜੋ ਤੈਨੂੰ ਭਾਉਂਦੇ ਹਨ ਤੂੰ ਉਹਨਾਂ ਨੂੰ ਚੰਗਾ ਸਮਝਦਾ ਹੈ। ਨਾਨਕ ਏਕ ਕਹੈ ਬੇਨੰਤੀ, ਹੋਰ ਸਗਲੇ ਕੂੜ ਕਮਾਉ। ਗੁਰੂ ਮਹਾਰਾਜ ਕਹਿੰਦੇ ਬਾਕੀ ਤੇ ਸਾਰੇ ਕੂੜ ਦੀ ਕਮਾਈ ਕਰ ਰਹੇ ਹਨ। ਆਏ ਸੀ ਨਾਮ ਦੀ ਕਮਾਈ ਕਰਨ, ਇੱਥੇ ਮਾਇਆ ਇਕੱਠੀ ਕਰਨ ਤੇ ਦੂਜੇ ਜੇ ਕੰਮਾਂ 'ਚ ਲੱਗ ਗਏ ਸੀ। ਕੂੜ ਦੀ ਕਮਾਈ ਮਨੁੱਖ ਕਰਨ ਲੱਗ ਪਿਆ ਹੈ। ਮਹਿਲਾ ਪਹਿਲਾ, ਜਾਂ ਤੂੰ ਵੱਡਾ ਸਭ ਵਡਿਆਈਆਂ, ਚੰਗਾ ਚੰਗਾ ਹੋਈ। ਜਾਂ ਤੂੰ ਸੱਚਾ ਤਾਂ ਸਭ ਕੋ ਸੱਚਾ, ਕੂੜਾ ਕੋਈ ਨਾ ਕੋਈ। ਆਖਣ ਵੇਖਣ ਬੋਲਣ ਚੱਲਣ, ਜੀਵਨ ਮਰਨਾ ਧਾਤ। ਹੁਕਮ ਸਾਧ ਹੁਕਮੇ ਵਿੱਚ ਰੱਖੈ, ਨਾਨਕ ਸੱਚਾ ਆਪ। ਜਾਂ ਤੂੰ ਵੱਡਾ ਹੈ, ਪਰ ਜਦੋਂ ਤੂੰ ਵੱਡਾ ਹੈ ਫਿਰ ਕੀ ਹੈ? ਸਭ ਵਡਿਆਈਆਂ, ਇਹ ਸਾਰੇ ਫਿਰ ਤੇਰੀਆਂ ਵਡਿਆਈਆਂ ਨੇ, ਕਿਉਂ ਵੱਡੇ ਦੇ ਵਿੱਚ ਤਾਂ ਵਡਿਆਈਆਂ ਹੁੰਦੀਆਂ। ਵਡਿਆਈਆਂ ਕਰਕੇ ਕੋਈ ਵੱਡਾ ਹੁੰਦਾ ਅਤੇ ਵਡਿਆਈ ਕਰਕੇ ਉਸ ਵੱਡੇ ਨੂੰ ਪਾਇਆ ਜਾ ਸਕਦਾ ਹੈ। ਵਡਿਆਈ ਵੱਡਾ ਪਾਇਆ, ਵੱਡਾ ਪਰਮਾਤਮਾ ਹੈ। ਦੇਖੋ ਢੰਗ ਦੇ ਬੜੇ ਸੌਖੇ ਦੱਸੇ ਨੇ ਜੀ। ਰੱਬ ਨੂੰ ਕਿਵੇਂ ਮਿਲਣਾ? ਗੁਰੂ ਨੇ ਵਡਿਆਈ ਵੱਡਾ ਪਾਇਆ, ਉਹਦੀ ਵਡਿਆਈ ਕਰੀ ਜਾਓ। ਵਡਿਆਈ ਕ ਵਾਹ ਵਾਹ ਧੰਨ ਧੰਨ, ਵਾਹ ਵਾਹ ਧੰਨ ਧੰਨ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਡਿਆਈ ਕਰੀ ਜਾਓ, ਕਦੇ ਉਹ ਵੱਡਾ ਮਿਲ ਜਾਏਗਾ। ਸੌਖਾ ਹੀ ਕੰਮ ਹੈ।
ਕੋਈ ਇਹ 'ਚ ਪਚੀਦਾ ਗੱਲ ਨਹੀਂ ਕਹੀ, ਬਿਲਕੁਲ ਸਿੱਧੀ ਜੀ ਗੱਲ ਕਹੀ ਵੀ ਵਡਿਆਈ ਕਰਕੇ ਹੀ ਤੁਸੀਂ ਉਸ ਵੱਡੇ ਪਰਮਾਤਮਾ ਨੂੰ ਪਾ ਸਕਦੇ ਹੋ। ਬਸ ਅਸੀਂ ਵਡਿਆਈ ਕਰਨੀ ਲੱਗਣਾ, ਇਹ ਕਦੇ ਲੱਗ ਗਏ, ਕਦੇ ਹਟ ਗਏ, 2 ਮਿੰਟ ਕਰਕੇ 4 ਮਿੰਟ ਕਰ ਲਈ, ਅਸੀਂ ਸਾਡੀ ਗੱਲ ਨਹੀਂ ਬਣਦੀ। ਜਿਵੇਂ ਪਾਣੀ ਤੁਸੀਂ ਲਾ ਰਹੇ ਹੋ ਨਹਿਰ ਰਾਹੀਂ, ਸੂਏ 'ਚ ਪਾਣੀ ਤੁਹਾਡੇ ਖਾਲ ਰਾਹੀਂ ਖੇਤ 'ਚ ਆ ਰਿਹਾ ਹੈ। ਅਜੇ ਮੈਂ ਦੇਖਿਆ ਅੱਧਾ ਕਿਆਰਾ ਭਰਦਾ ਪਾਣੀ ਕਿਤੇ ਰਾਜ ਟੁੱਟ ਜਾਂਦਾ ਹੈ, ਟੁੱਟ ਜਾਂਦਾ। ਪਹਿਲਾਂ ਨਾ ਟਾਈਮ ਹੁੰਦਾ ਸੀ ਵੀ ਤੁਹਾਨੂੰ ਇੰਨਾ ਸਮਾਂ ਮਿਲੇਗਾ ਪਾਣੀ ਦਾ। ਇੱਕ ਪਿੰਡਾਂ 'ਚ ਮੀਰ ਰਾਬ ਹੁੰਦਾ ਸੀ, ਮੀਰ ਆਬ ਇਕੱਠਾ ਕਰ ਉਹਨੂੰ ਮੀਰ ਆਬ ਕਹਿੰਦੇ ਸੀ। ਉਹ ਪਾਣੀ ਉਹਦੇ ਕੋਲੇ ਇਕੱਲੇ ਕੋਲੇ ਕਲੋਕ ਹੁੰਦਾ ਸੀ, ਬਾਕੀ ਪਿੰਡ 'ਚ ਕਿਸੇ ਕੋਲੇ ਕੋਈ ਕਲੋਕ ਨਹੀਂ ਸੀ। ਉਹ ਫਿਰ ਪਹਿਲਾਂ ਫੈਸਲਾ ਕਰਦਾ ਸੀ ਵੀ ਇਹ ਇੱਥੋਂ ਇਹਦਾ ਖੇਤ 1 ਮੀਲ ਦੂਰ ਹੈ, 2 ਮੀਲ ਦੂਰ ਹੈ, ਇਹ ਦੌੜ ਕੇ ਕਿੰਨੇ ਮਿੰਟਾਂ 'ਚ ਉੱਥੇ ਜਾ ਸਕਦਾ ਹੈ। ਉਹਨੇ ਪਹਿਲੇ ਹੀ ਲਿਖਿਆ ਹੁੰਦਾ ਸੀ ਵੀ ਜਿਹਦਾ ਖੇਤ 1 ਮੀਲ ਦੂਰ ਉਹਨੂੰ 5 ਮਿੰਟ ਮਿਲਣਗੇ ਪਹੁੰਚਣ ਲਈ, ਜਿਹੜਾ 2 ਉਹਨੂੰ 10 ਮਿੰਟ ਮਿਲਣਗੇ। ਉਹ ਮੇਰੇ ਲਈ ਤੂੰ 3 ਮਿੰਟਾਂ 'ਚ ਪਹੁੰਚੋ, ਚਾਹੇ ਮੇਰੇ ਨਾਲ 15 ਮਿੰਟਾਂ 'ਚ ਪਹੁੰਚੋ। ਅੱਗੇ ਵਾਰੀ ਪਾਣੀ ਦੀ ਸਿਰਫ ਅੱਧਾ ਘੰਟਾ ਹੈ। ਜਦੋਂ 10 ਮਿੰਟ ਦੇਖਿਆ ਵੀ 2 ਇੱਥੋਂ ਮੀਲ ਦੂਰ ਦਾ ਖੇਤ, ਉਹਨੇ 10 ਮਿੰਟ ਪਹਿਲਾਂ ਉਹਨੂੰ ਭਜਾ ਦੇਣਾ, ਲੈ ਵੀ ਭੱਜ ਲੈ, ਖੇਤ ਕੋਲੇ ਜਾ ਕੇ ਆਵਾਜ਼ ਮਾਰੀ ਪਾਣੀ ਵੱਢ ਲਓ। ਪਾਣੀ ਵੱਢਣ ਵਾਲਾ ਤੁਹਾਡਾ ਬੰਦਾ ਵੀ ਉੱਥੇ ਹੋਏਗਾ, ਜਿਹੜਾ ਲਾ ਰਿਹਾ ਉਹ ਵੀ ਉੱਥੇ। ਜਦੋਂ ਤੁਹਾਡੀ ਆਵਾਜ਼ ਸੁਣੇਗਾ ਪਾਣੀ ਵੱਢ ਲਓ, ਉਹਨੇ ਉਹਦਾ ਨੱਕਾ ਬੰਦ ਕਰ ਦੇਣਾ, ਆਪਣੇ ਵਾਲੇ ਪਾਸੇ ਸ਼ੁਰੂ ਕਰ ਦੇਣਾ। ਹੁਣ ਜਿਹੜੇ ਤਾਂ ਬੜੇ ਤੇਜ਼ ਸਨ ਉਹ ਤਾਂ 10 ਮਿੰਟ 7 ਮਿੰਟਾਂ 'ਚ ਪਹੁੰਚ ਜਾਂਦੇ, 3 ਮਿੰਟ ਦਾ ਉਹਨਾਂ ਨੂੰ ਫਾਇਦਾ ਪਾਣੀ ਦਾ। ਜਿਹੜੇ ਸਾਡੇ ਵਰਗੇ 12-13 ਮਿੰਟ 'ਚ ਜਾ ਰਹੇ ਨੇ ਹੁਣ ਕੈਪਟਨ ਦੇ। ਸੋ ਕਹਿਣ ਦਾ ਮਤਲਬ ਹੈ ਕਿੱਥੋਂ ਗੱਲ ਚੱਲੀ ਸੀ, ਜਾਂ ਤੂੰ ਵੱਡਾ ਸਭ ਵਡਿਆਈਆਂ, ਪਰਮਾਤਮਾ ਵੱਡਾ ਹੈ, ਇਸ ਲਈ ਉਹਦੀ ਵਡਿਆਈਆਂ ਹੀ ਵਡਿਆਈਆਂ, ਕਿਉਂਕਿ ਵੱਡਾ ਵਡਿਆਈਆਂ ਕਾਰਨ ਹੀ ਹੋਇਆ, ਅਤੇ ਅਸੀਂ ਵੀ ਉਹਦੀ ਵਡਿਆਈਆਂ ਕਰਕੇ ਵੱਡੇ ਹੋਵਾਂਗੇ। ਅਸੀਂ ਉਹਦੀ ਵਡਿਆਈ ਕਰਨ ਲੱਗਦੇ ਹਾਂ। ਪਾਣੀ ਸਾਡੇ ਖੇਤ 'ਚ ਆਇਆ ਖਾਲ ਦਾ, ਫਿਰ ਅਸੀਂ ਹਟ ਗਏ, ਉਹ ਐਸੋ ਜਿਹਾ ਪਾਣੀ ਗਿਆ ਮਗਰੋਂ ਟੁੱਟ। ਫਿਰ ਜਿੰਨੇ ਚਿਰ ਨੂੰ ਪਾਣੀ ਆਇਆ ਉਹ ਥੋੜ੍ਹਾ ਜਿਹਾ ਅੱਗੇ ਹੋਰ ਕਿਆਰਾ ਪਿੱਛੇ, ਫਿਰ ਪਾਣੀ ਟੁੱਟ ਗਿਆ। ਫਿਰ ਪਾਣੀ ਜਿਹਦਾ ਇੰਨੇ ਚਿਰ ਨੂੰ ਜਿਹੜਾ ਹੈ ਮੈਂ ਦੇਖਿਆ ਵਾਰੀ ਲੱਗ ਜਾਂਦੀ ਸੀ, ਖਾਲ ਜਿਹੜਾ ਕਿਆਰਾ ਹੀ ਨਹੀਂ ਸੀ ਭਰਦਾ ਹੁੰਦਾ। ਅਸੀਂ ਵੀ ਐਵੇਂ 2-4 ਮਿੰਟ ਨਾਮ ਜਪਿਆ, ਫਿਰ ਛੱਡ ਛੁਡਾ ਦਿੱਤਾ, ਫਿਰ ਕਿਸੇ ਦਿਨ ਜਪਿਆ, ਕਿਸੇ ਦਿਨ ਨਾਮ ਜਪਿਆ। ਉਹ ਸਾਡੀ ਉਹ ਗੱਲ ਬਣਦੀ ਨਹੀਂ ਹੈਗੀ, ਗੱਲ ਬਣਦੀ ਨਹੀਂ। ਇਹ ਤਾਂ ਲੱਗੇ ਰਹਿਣ ਵਾਲੀ ਗੱਲ ਬਣਦੀ ਹੈ। ਸੋ ਗੁਰੂ ਮਹਾਰਾਜ ਕਹਿੰਦੇ ਹੁਣ ਪਰਮਾਤਮਾ ਹੈਗਾ ਚੰਗਾ, ਚੰਗਾ ਚੰਗਾ ਹੋਏ, ਉਸ ਚੰਗੇ ਤੋਂ ਫਿਰ ਜੋ ਹੋਣਾ ਉਹ ਚੰਗਾ ਹੀ ਹੋਣਾ, ਮਾੜੇ ਤੋਂ ਜੋ ਹੁੰਦਾ ਮਾੜਾ ਹੁੰਦਾ, ਚੰਗਾ ਜੋ ਕਰਦਾ ਚੰਗਾ ਹੀ ਕਰਦਾ ਹੈ। ਜਾਂ ਤੂੰ ਸੱਚਾ ਤਾਂ ਸਭ ਕੁਝ ਸੱਚਾ। ਹੁਣ ਸਾਰਾ ਕੁਝ ਪਰਮਾਤਮਾ ਨੇ ਬਣਾਇਆ, ਕਿਆ ਪਰਮਾਤਮਾ ਸੱਚਾ ਤਾਂ ਬਣਾਇਆ ਵੀ ਸਭ ਕੁਝ ਸੱਚਾ। ਜੇ ਉਹਦਾ ਸਭ ਕੁਝ ਸੱਚਾ ਤਾਂ ਫਿਰ ਬਣ ਜੇ ਹੈ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਹੈ। कहते तू सच्चा है, ਜੇ ਤੂੰ ਚੰਗਾ ਹੈ ਤਾਂ ਤੂੰ ਚੰਗੇ ਕੰਮ ਹੀ ਕਰੇਗਾ। ਤੂੰ ਸੱਚਾ ਹੈ इसलिए जो तू बनाया वो सच है। पर बाणी एक पास कूड़ राजा कूड़ प्रजा कूड़ सब संसार, दूजे थल के ये जग सच्चे की है कोठड़ी सच्चे का विश्वास। ये संसार बड़ा सच्चे का, सच्चे दे विच वसदा है। कुछ गल्लां साडे लैवल दीयां ने बाणी च, कुछ गल्लां ब्रह्म ਗਿਆਨੀਆਂ ਲਈ ਹਨ। ਸਾਡੇ ਲਈ कूड़ राजा कूड़ प्रजा कूड़ संसार सब संसार के पाए सब ने एक दिन खत्म हो जाना है। ब्रह्म ज्ञानी ਲਈ है भी परमात्मा सच्चा है, ਉਹਦੀ ਬਣਾਈ ਹੋਈ ਚੀਜ਼ ਉਹਨੂੰ ਸਭ ਕੁਝ ਹੀ ਸੱਚ ਲੱਗਦਾ। ਜਦੋਂ ਸਾਨੂੰ ਬ੍ਰਹਮ ਗਿਆਨ ਹੋ ਜਾਏਗਾ ਨਾ, ਸਾਨੂੰ ਕੋਈ ਭੈੜਾ ਦਿਸੇਗਾ ਹੀ ਨਹੀਂ, ਸਾਨੂੰ ਕੋਈ ਦੁਸ਼ਮਣ ਦਿਸੇਗਾ ਹੀ ਨਹੀਂ, ਕਿਉਂਕਿ ਸਾਨੂੰ ਹਰ ਇੱਕ ਦੇ ਵਿੱਚ ਪਰਮਾਤਮਾ ਦਿਸ ਰਿਹਾ ਹੋਵੇਗਾ। ਉੱਪਰਲੀ ਖਲੜੀ ਨਹੀਂ ਫਿਰ ਦਿਸਦੀ। ਬ੍ਰਹਮ ਗਿਆਨੀ ਨੂੰ ਉੱਪਰਲਾ ਚੰਮ ਨਹੀਂ ਦਿਸਦਾ, ਇਸ ਦੇ ਵਿੱਚ ਜੋ ਹੈ ਉਹ ਦਿਸਦਾ ਹੈ, ਅਤੇ ਇਹਦੇ ਵਿੱਚ ਹੈਗਾ ਰੱਬ। ਉਹਨੂੰ ਸਾਰਾ ਜੇ ਰੱਬ ਦਿਸਦਾ, ਇਸ ਲਈ ਕਹਿੰਦਾ ਕੋਈ ਵੀ ਨਹੀਂ ਮਾੜਾ, ਕੋਈ ਵੀ ਨਹੀਂ ਮਾੜਾ, ਸਾਰੇ ਹੀ ਚੰਗੇ ਨੇ।
ਬਾਣੀ ਕਿਤੇ ਲਿਖਿਆ ਸਾਰੇ ਹੀ ਚੰਗੇ, ਕਿਉਂਕਿ ਉਹ ਸਭ ਰੱਬ ਦੇ, ਉਹਨੂੰ ਦੇਸੀ ਰੱਬ ਰਿਹਾ ਹੁੰਦਾ ਸਾਰਿਆਂ ਦੇ ਵਿੱਚ। ਤਾਂ ਹੀ ਕਹਿੰਦੇ ਸੀ ਨਾ ਸੰਤ ਅਤਰ ਸਿੰਘ ਜੀ ਮਹਾਰਾਜ ਆਪਣੇ ਸੇਵਕ ਭਾਗ ਸਿੰਘ ਨੂੰ, ਅੱਗੋਂ ਸ਼ੇਰ ਆ ਰਿਹਾ ਸੀ, ਭਾਗ ਸਿੰਘ ਨੂੰ ਸ਼ੇਰ ਦਿਸ ਰਿਹਾ ਹੈ, ਉਹ ਦੌੜ ਕੇ ਡਰਦਾ ਹੋਇਆ ਦਰਖਤ ਚੜ੍ਹ ਗਿਆ। ਸੰਤ ਅਤਰ ਸਿੰਘ ਜੀ ਮਹਾਰਾਜ ਤੁਰੇ ਜਾ ਰਹੇ ਆਰਾਮ ਨਾਲ, ਸ਼ੇਰ ਕੋਲੋਂ ਲੰਘ ਗਿਆ, ਜੋ ਸ਼ੇਰ ਉਹਦੇ ਕੋਲੋਂ ਵੀ ਲੰਘ ਗਿਆ, ਉਤਰਿਆ, ਭੱਜਿਆ ਜਦੋਂ ਬਾਬਾ ਜੀ ਬਾਬਾ ਜੀ। ਉਹ ਕਹਿੰਦੇ ਕੀ ਹੋ ਗਿਆ ਭਗਤ ਸਿੰਘ? ਕਹਿੰਦੇ ਤੁਸੀਂ ਸ਼ੇਰ ਨਹੀਂ ਵੇਖਿਆ? ਕਹਿੰਦੇ ਭਗਤ ਸਿੰਘ ਜਿਹੜਾ ਤੂੰ ਸ਼ੇਰ ਵੇਖਿਆ ਉਹ ਨਹੀਂ ਅਸੀਂ ਵੇਖਿਆ। ਕਹਿੰਦੇ ਨਹੀਂ ਜੀ ਸ਼ੇਰ ਤੇ ਇੱਕੋ ਹੀ ਸੀ। ਕਹਿੰਦੇ ਭਗਤ ਸਿੰਘ ਤੇਰੀ ਅਜੇ ਅੰਦਰਲੀ ਦ੍ਰਿਸ਼ਟੀ ਨਹੀਂ ਖੁੱਲ੍ਹੀ, ਤੈਨੂੰ ਬਾਹਰਲੀ ਦੀ ਬਾਹਰ ਵਾਕਈ ਸ਼ੇਰ ਸੀ ਉਹ, ਤੂੰ ਚੰਗਾ ਹੋਇਆ ਚੜ੍ਹ ਕੇ ਦਰਖਤ। ਸਾਨੂੰ ਉਹਦੇ ਅੰਦਰ ਪਰਮਾਤਮਾ ਦਿਸਦਾ ਸੀ, ਅਸੀਂ ਕਿਹਾ ਦੇਖੋ ਪਰਮਾਤਮਾ ਆ ਰਿਹਾ, ਸ਼ੇਰ ਦਾ ਰੂਪ ਧਾਰਨ ਕਰਕੇ ਆ ਰਿਹਾ, ਇਸ ਲਈ ਪਰਮਾਤਮਾ ਨੇ ਸਾਨੂੰ ਕੀ ਕਹਿਣਾ ਸੀ? ਆਇਆ ਇੱਕ ਨੂੰ ਬਾਹਰੋਂ ਸਿਰਫ ਦਿਸ ਰਿਹਾ, ਅੰਦਰ ਨਹੀਂ ਦਿਸ ਰਿਹਾ, ਅੰਦਰ ਦਿਸ ਰਿਹਾ। ਜਿਵੇਂ ਕੈਮਰਾ ਹੈ ਬਾਹਰੋਂ ਫੋਟੋ ਖਿੱਚਦਾ, ਅੰਦਰੋਂ ਨਹੀਂ ਸਾਡੀ ਖਿੱਚਦਾ, ਪਰ ਐਕਸਰੇ ਮਸ਼ੀਨਾਂ ਬਾਹਰ ਦੀ ਨਹੀਂ ਖਿੱਚਦੀ, ਅੰਦਰ ਦੀ ਖਿੱਚਦੇ ਨੇ। ਮੈਂ ਛਾਤੀ ਕੀਤੀ ਹੈ, ਉਹਨਾਂ ਨੇ ਅੰਦਰ ਆ ਜਿਹੜਾ ਉੱਪਰ ਮੇਰੇ ਮਾਸ ਹੈ ਛਾਤੀ ਦੇ ਹੱਡੀਆਂ 'ਤੇ, ਇਹ ਨਹੀਂ ਮਾਸ ਨਹੀਂ ਦਿਸਣਾ, ਹੱਡੀਆਂ ਹੱਡੀਆਂ ਦਿਸਣਗੀਆਂ, ਇਹਨਾਂ 'ਚ ਕੀ ਹੈ। ਇਸ ਤਰ੍ਹਾਂ ਹੀ ਬ੍ਰਹਮ ਗਿਆਨੀ ਦੀ ਨਿਗਾਹ ਅੰਦਰ ਚਲੀ ਜਾਂਦੀ ਹੈ, ਅਤੇ ਅੰਦਰ ਸਭ ਦੇ ਪਰਮਾਤਮਾ ਬੈਠਾ। ਉੱਥੇ ਜਾ ਕੇ ਫਿਰ ਬ੍ਰਹਮ ਗਿਆਨੀ ਕਹਿੰਦਾ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਉੱਥੇ ਜਾ ਕੇ ਕਹਿੰਦਾ ਅਸੀਂ ਕਹਿੰਦੇ ਲੈ ਜੇ ਸਭ ਗੋਬਿੰਦ ਤਾਂ ਅਸੀਂ ਕੌਣ ਆ ਫਿਰ? ਅਸੀਂ ਕੌਣ ਆ ਪਸ਼ੂ ਪੰਛੀ ਕੌਣ ਨੇ? ਕਹਿੰਦੀ ਪਰਮਾਤਮਾ ਹੋਰ ਕੋਈ ਹੈ ਹੀ ਨਹੀਂ ਹੈ। ਸਾਨੂੰ ਬੜਾ ਅਜੀਬ ਲੱਗਦਾ ਹੈ ਵੀ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਅਤੇ ਬਾਕੀ 83 ਲੱਖ ਜੂਨੀਆਂ ਜਿਹੜੀ ਪਰਮਾਤਮਾ ਨੇ ਬਣਾਈਆਂ, 84 ਲੱਖ ਜੂਨੀਆਂ, ਉਹ ਫਿਰ ਕੀ ਨੇ? ਉਹ ਫਿਰ ਕੀ ਨੇ? ਲੱਗੂਗਾ ਨਾ ਇਹ ਸਾਨੂੰ ਅਜੀਬ ਲੱਗੇਗਾ ਨਾ। ਪਰ ਜਦੋਂ ਸਾਨੂੰ ਗਿਆਨ ਹੋ ਜਾਏਗਾ ਕਿ ਉਹਨਾਂ ਨੇ ਇਸ ਲਈ ਕਿਹਾ ਕਿ ਉਹਨਾਂ ਨੂੰ ਹਰ ਇੱਕ ਦੇ ਵਿੱਚ ਗੋਬਿੰਦ ਦਿਸਣ ਲੱਗ ਪਿਆ, ਬਾਹਰਲੀ ਖਲੜੀ ਉਹਨਾਂ ਨੂੰ ਦਿਸਣੋਂ ਹਟ ਗਈ। ਹੁਣ ਨਾਮਦੇਵ ਜੀ ਨੇ ਦਿਵ ਦ੍ਰਿਸ਼ਟੀ ਖੁੱਲ੍ਹੀ ਹੋਈ ਹੈ, ਰੋਟੀ ਪਕਾ ਰਹੇ ਨੇ, ਕੁੱਤਾ ਆਇਆ ਰੋਟੀ ਚੱਕ ਲੈ ਗਿਆ, ਸਾਡੇ ਪਰ ਉਹਦਾ ਡੰਡਾ ਮਾਰਦਾ, ਚੱਲ ਨਾ ਵੀ ਮਗਰ ਭੱਜਦਾ। ਜੇ ਵੇਲ ਮੈਂ ਇੱਕ ਵਾਰੀ ਰੋਟੀਆਂ ਪਕਾ ਰਿਹਾ, ਹਾਂਜੀ ਉਹ ਚੰਗੇਰ ਜੀ ਛੋਟੀ ਜੀ ਮੇਰੇ ਕੋਲ ਸੀ, ਉਹ ਰੱਖੀ ਹੋਈ ਹੈ, ਇੱਕ ਰੋਟੀ ਪਕਾ ਕੇ ਮੈਂ ਰੱਖ ਲਈ, ਦੂਜੀ ਪਕਾ ਰਿਹਾ। ਅਤੇ ਉੱਤੋਂ ਗਰਮੀਆਂ ਦਾ ਮੌਸਮ, ਸਕੂਲੋਂ ਛੁੱਟੀ 2 ਵਜੇ ਆਇਆ ਸੀ ਸਕੂਲ, ਅਤੇ ਮੈਨੂੰ ਨਾਮਦੇਵ ਯਾਦ ਆ ਗਏ। ਮੈਂ ਜੇ ਹੁਣ ਕੋਈ ਕੁੱਤਾ ਮੇਰੀ ਰੋਟੀ ਚੱਕ ਕੇ ਲੈ ਜਾ, ਮੈਂ ਉਹਦੇ ਵੇਲਣਾ ਹੀ ਮਾਰਨਾ, ਮੈਂ ਵੇਲਣਾ ਮਾਰਨਾ ਵੀ ਮੈਂ ਇੰਨੀ ਗਰਮੀ ਰੋਟੀ ਪਕਾਈ ਤੂੰ ਚੱਕ ਕੇ ਲੈ ਗਿਆ। ਪਰ ਨਹੀਂ, ਨਾਮਦੇਵ ਨੂੰ ਕੁੱਤਾ ਨਹੀਂ ਸੀ ਦਿਸ ਰਿਹਾ, ਉਸ ਕੁੱਤੇ ਦੇ ਵਿੱਚ ਜਿਹੜਾ ਭਗਵਾਨ ਸੀ ਨਾ ਉਹ ਦਿਸ ਰਿਹਾ ਸੀ। ਅਤੇ ਉਹ ਨਾਮਦੇਵ ਜੀ ਕਹਿੰਦੇ ਨੇ ਵੀ ਇਹ ਤਾਂ ਜਿਵੇਂ ਚੋਪੜੀ ਨਹੀਂ ਹੈਗੀ, ਵੀ ਇਹ ਤਾਂ ਰੁੱਖੀ ਲੈ ਗਏ ਨੇ। ਉਹ ਘਿਓ ਦਾ ਡੱਬਾ ਲੈ ਕੇ ਮਗਰ ਮਗਰ ਜਾ ਰਹੇ, ਭਗਵਾਨ ਜੀ ਠਹਿਰ ਜਾਓ, ਭਗਵਾਨ ਜੀ ਠਹਿਰ ਜਾਓ, ਰੋਟੀ ਦਾ ਚੁਪੜਵਾ ਲਓ। ਉਹ ਭਗਵਾਨ ਕੁੱਤਾ ਅੱਗੇ ਭੱਜਿਆ ਜਾ ਰਿਹਾ ਹੈ। ਹੁਣ ਜਿਹਨੇ ਮੇਰੇ ਵਰਗੇ ਨਹੀਂ ਗਿਆਨ ਹੱਸਦੇ ਹੋਣੇ ਨੇ ਵੀ ਆਹ ਪਾਗਲ ਜਾਂਦਾ ਇੱਕ। ਆਮ ਲੋਕਾਂ ਦੀ ਨਜ਼ਰਾਂ ਤੋਂ ਪਾਗਲ ਹੀ ਹੋਇਆ ਨਾ। ਕੁੱਤੇ ਨੂੰ ਕਹਿੰਦਾ ਭਗਵਾਨ ਜੀ ਠਹਿਰ ਜਾਓ, ਰੋਟੀ ਜੀ ਭਗਵਾਨ ਜੀ ਠਹਿਰ ਜਾਓ। ਉਹ ਆਪਣੀ ਥਾਂ 'ਤੇ ਠੀਕ ਸੀ, ਅਸੀਂ ਲੋਕ ਆਪਣੀ ਥਾਂ 'ਤੇ ਠੀਕ ਹੈ, ਕਿਉਂਕਿ ਸਾਨੂੰ ਅੰਦਰ ਨਹੀਂ ਦਿਸ ਰਿਹਾ, ਸਾਨੂੰ ਬਾਹਰੋਂ ਦਿਸ ਰਿਹਾ। ਬਾਹਰੋਂ ਕੁੱਤਾ ਹੀ ਹੈ, ਬਾਹਰੋਂ ਕੁੱਤਾ ਹੀ ਸੀ, ਇਹ 'ਚ ਕੋਈ ਸ਼ੱਕ ਨਹੀਂ। ਪਰ ਨਾਮਦੇਵ ਜੀ ਦਿਵ ਦ੍ਰਿਸ਼ਟੀ ਖੁੱਲ੍ਹੀ ਹੋਣ ਕਰਕੇ ਉਹਨਾਂ ਨੂੰ ਅੰਦਰ ਦਿਸਦਾ ਸੀ ਵੀ ਤਾਂ ਭਗਵਾਨ ਹੈ, ਭਗਵਾਨ ਨੇ ਕੁੱਤੇ ਦਾ ਰੂਪ ਧਾਰਨ ਕਰਕੇ ਮੇਰੀ ਰੋਟੀ ਲੈ ਗਿਆ, ਹੈ ਭਗਵਾਨ ਹੀ। ਇੱਥੇ ਤਾਂ ਤੁਹਾਨੂੰ ਹੌਲੀ ਹੌਲੀ ਸਮਝ ਆਏਗੀ, ਅਤੇ ਜਿੱਥੇ ਬਾਣੀ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਉਹ ਇਸ ਕਾਰਨ ਹੈ ਕਿ ਉਹਨਾਂ ਨੂੰ ਹਰ ਇੱਕ ਦੇ ਵਿੱਚ ਪਰਮਾਤਮਾ ਦਿਸਣ ਲੱਗ ਪਿਆ ਸੀ। ਉਹਨਾਂ ਨੇ ਕਿਹਾ ਪਰਮਾਤਮਾ ਬਿਨਾਂ ਕੁਛ ਹੈ ਹੀ ਨਹੀਂ, ਕਿਉਂਕਿ ਅਸੀਂ ਉਸ ਅਵਸਥਾ 'ਤੇ ਨਹੀਂ ਆਏ, ਇਸ ਲਈ ਸਾਨੂੰ ਇਹ ਲਾਈਨ ਹੀ ਨਹੀਂ ਸਮਝ ਆਉਂਦੀ, ਕਿਸੇ ਸਾਨੂੰ ਇਹ ਲਾਈਨ ਨਹੀਂ ਸਮਝ ਆਉਂਦੀ। ਪਰ ਲਿਖਿਆ ਤਾਂ ਸਭ ਕੁਝ ਸੱਚ ਹੈ ਨਾ, ਜੋ ਬਾਣੀ 'ਚ ਲਿਖਿਆ ਹੋਇਆ ਹੈ। ਹੌਲੀ ਹੌਲੀ ਫਿਰ ਸਮਝਾਉਣ ਲੱਗ ਜਾਓ, ਜੇ ਅਵਸਥਾ ਉੱਚੀ ਹੋਈ ਜਾਏਗੀ ਅਤੇ ਉਹ ਤਾਂ ਬਹੁਤ ਸਾਰੀ ਗੱਲਾਂ ਫਿਰ ਸਮਝਾਉਣ ਲੱਗ ਜਾਣਗੀਆਂ। ਸੋ ਤਾਂ ਗੁਰੂ ਮਹਾਰਾਜ ਕਹਿੰਦੇ ਜਾਂ ਤੁਧ ਭਾਵੈ ਜਾਹੇ ਦਸੰਤਰ, ਸੁਣ ਗੱਲਾਂ ਕਰ ਆਵੇਂ। ਅੱਛਾ ਸੌਰੀ, ਹਾਂ
ਜਾਂ ਤੂੰ ਵੱਡਾ ਸਭ ਵਡਿਆਈਆਂ, ਚੰਗਾ ਚੰਗਾ ਹੋਈ। ਤੂੰ ਵੱਡਾ ਹੈ, ਇਸ ਤੇਰੀਆਂ ਵਡਿਆਈਆਂ ਨੇ ਬੜੀਆਂ। ਤੂੰ ਚੰਗੇ, ਇਸ ਲਈ ਜੋ ਤੇ ਤੋਂ ਹੋ ਰਿਹਾ ਉਹ ਵੀ ਚੰਗਾ ਹੋ ਰਿਹਾ ਹੈ। ਜਾਂ ਤੂੰ ਸੱਚਾ ਤਾਂ ਸਭ ਕੁਝ ਸੱਚਾ, ਜੇ ਤੂੰ ਸੱਚਾ ਤਾਂ ਤੇਰਾ ਬਣਾਇਆ ਹੈ ਵੀ ਸੱਚਾ ਹੈ। ਕੂੜਾ ਕੋਈ ਨਾ ਕੋਈ, ਕੋਈ ਕੂੜਾ ਨਹੀਂ, ਕੋਈ ਝੂਠ ਨਹੀਂ, ਜੋ ਬਣਾਇਆ ਸਭ ਸੱਚ ਹੈ। ਇਹ ਉਹਨਾਂ ਲਿਖਿਆ ਜਿਨ੍ਹਾਂ ਦੀ ਦਿਵ ਦ੍ਰਿਸ਼ਟੀ ਖੁੱਲ੍ਹੀ ਸੀ, ਜਿਹੜੇ ਬ੍ਰਹਮ ਗਿਆਨੀ ਸਨ, ਉਹਨਾਂ ਨੇ ਇਹ ਗੱਲਾਂ ਲਿਖੀਆਂ ਹੋਈਆਂ। ਆਖਣ ਵੇਖਣ ਬੋਲਣ ਚੱਲਣ, ਜੀਵਨ ਮਰਨਾ ਧਾਤ। ਧਾਤ ਹੁੰਦੀ ਹੈ ਇੱਛਾ, ਤਮੰਨਾ। ਆਖਣਾ ਵੇਖਣਾ ਬੋਲਣਾ ਚੱਲਣਾ ਜਿਉਣਾ ਮਰਨਾ, ਇਹ ਤਾਂ ਇੱਕ ਧਾਤ ਹੈ। ਇਹ ਚੀਜ਼ਾਂ ਸਾਨੂੰ ਆਪਣੇ ਵੱਲ ਨੂੰ ਖਿੱਚਦੀਆਂ ਨੇ, ਇਹ ਤਾਂ ਮਾਇਆ ਦਾ ਰੂਪ ਨੇ। ਜਾਂ ਹੁਕਮ ਸਾਜ ਹੁਕਮਾਂ ਵਿੱਚ ਰੱਖੈ, ਨਾਨਕ ਸੱਚਾ ਆਪ। ਪਰਮਾਤਮਾ ਕੀ ਕਰਦਾ, ਆਪਣੇ ਹੁਕਮ ਅਨੁਸਾਰ ਉਹਨੇ ਜੀਵਾਂ ਦੀ ਸਾਜਨਾ ਕੀਤੀ ਹੈ। ਜੀਵਾਂ ਦੀ ਸਾਜਨਾ ਕਰਕੇ ਹੁਕਮਾਂ ਵਿੱਚ ਰੱਖੇ। ਉਹ ਆਪਣੇ ਹੁਕਮ ਦੇ ਵਿੱਚ ਹੀ ਉਸਨੇ ਸਾਰਿਆਂ ਨੂੰ ਰੱਖਿਆ ਹੋਇਆ ਹੈ। ਅਸੀਂ ਤਾਂ ਕਹਿੰਦੇ ਆਪਣੀ ਇੱਛਾਵਾਂ ਦੇ ਅਨੁਸਾਰ ਬੋਲੀ ਜਾਂਦੇ ਹਾਂ, ਵੇਖੀ ਜਾਂਦੇ ਹਾਂ, ਜਿਉ ਰਹੇ ਹਾਂ, ਮਰ ਰਹੇ ਹਾਂ। ਇਹ ਸਾਡੀ ਤਮੰਨਾ ਧਾਤ ਸਾਡੇ ਅੰਦਰ ਰੁਚੀ ਹੈ, ਇਹ ਸਾਡੀ ਰੁਚੀ ਹੈ। ਹੁਣ ਤੇ ਪਰਮਾਤਮਾ ਨੇ ਆਪਣੇ ਹੁਕਮ ਅਨੁਸਾਰ ਸਾਜਿਆ ਅਤੇ ਸਭ ਨੂੰ ਆਪਣੇ ਹੁਕਮ ਦੇ ਵਿੱਚ ਹੀ ਰੱਖਿਆ ਹੋਇਆ ਹੈ, ਤਾਂ ਕਿ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ। ਸਤਿਕਾਰਯੋਗ ਸਾਧ ਸੰਗਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।